ਕਿਰਪਾ ਨਿਧਾਨ ਜਗਤ ਗੁਰੂ। ਹੇ ਪ੍ਰਾਣਨਾਥ ਗੋਬਿੰਦੈ, ਕਿਰਪਾ ਨਿਧਾਨ ਜਗਤ ਗੁਰੂ। ਹੇ ਸੰਸਾਰ ਤਾਪ ਹਰਣੈ, ਕਰੁਣਾ ਮੈਂ ਸਭ ਦੁਖ ਹਰੂ। ਹੇ ਸ਼ਰਨ ਜੋਗ ਦਿਆਲੈ, ਦੀਨਾਨਾਥ ਮਇਆ ਕਰੋ। ਸਰੀਰ ਸਵਸਥ ਖੀਣ ਸਮਏ, ਸਿਮਰੰਤ ਨਾਨਕ ਰਾਮ ਦਮੋਦਰ ਮਾਧਵੈ। ਹੇ ਸ਼ਰਨ ਜੋਗ ਦਿਆਲੈ, ਦੀਨਾਨਾਥ ਮਇਆ ਕਰੋ। ਸਰੀਰ ਸਵਸਥ ਖੀਣ ਸਮਏ, ਸਿਮਰੰਤ ਨਾਨਕ ਰਾਮ ਦਮੋਦਰ ਮਾਧਵੈ। ਗੁਰ ਗੋਬਿੰਦ ਗੋਪਾਲ ਗੁਰ, ਗੁਰ ਪੂਰਨ ਨਾਰਾਇਣ। ਗੁਰ ਦਿਆਲ ਸਮਰੱਥ ਗੁਰ, ਗੁਰ ਨਾਨਕ ਪਤਿਤ ਉਦਾਹਰਣ। ਗੁਰ ਦਿਆਲ ਸਮਰੱਥ ਗੁਰ, ਗੁਰ ਨਾਨਕ ਪਤਿਤ ਉਦਾਹਰਣ। ਜੇ ਤੂੰ ਤੁਠਾ ਕਿਰਪਾ ਨਿਧਾਨ, ਨਾ ਦੂਜਾ ਵੇਖਾਲ। ਇਹਾ ਪਾਈ ਮੋਹ ਦਾਤੜੀ, ਨਿਤ ਹਿਰਦੈ ਰੱਖਾਂ ਸੰਭਾਲ। ਇਹਾ ਪਾਈ ਮੋਹ ਦਾਤੜੀ, ਨਿਤ ਹਿਰਦੈ ਰੱਖਾਂ ਸੰਭਾਲ। ਤੇਰੇ ਕਵਨ ਕਵਨ ਗੁਣ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨ ਨਾ ਸਕੂੰ, ਤੂੰ ਠਾਕੁਰ ਊਚ ਭਗਵਾਨਾ। ਤੁਮਰੀ ਮਹਿਮਾ ਬਰਨ ਨਾ ਸਕੂੰ, ਤੂੰ ਠਾਕੁਰ ਊਚ ਭਗਵਾਨਾ। ਜੁਗੋ ਜੁਗ ਅਟਲ ਸਤਿਗੁਰੂ ਗੁਰਗੱਦੀ ਤੇ ਸੁਭਾਈਮਾਨ ਦਸਾਂ ਪਾਤਸ਼ਾਹੀਆਂ ਦੀ ਜੋਤ ਗਰੀਬ ਨਵਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਮੁਬਾਰਕ ਅੰਮ੍ਰਿਤਮਈ ਹਜ਼ੂਰੀ ਵਿਖੇ ਚਰਨ ਸ਼ਰਨ ਵਿਖੇ ਰਾਤਰੀ ਦੇ ਸਜੇ ਹੋਏ ਦੀਵਾਨਾਂ ਦੀ ਹਾਜ਼ਰੀ ਭਰ ਰਹੀ ਗੁਰੂ ਰੂਪ ਸਾਧ ਸੰਗਤ, ਸਤਿਗੁਰੂ ਜੀ ਨੇ ਬੇਅੰਤ ਬੇਅੰਤ ਰਹਿਮਤਾਂ ਬਖਸ਼ਿਸ਼ਾਂ ਵਰਤਾਈਆਂ। ਸਾਨੂੰ ਆਪਣੀ ਪਾਵਨ ਸੁਭਾਗ ਗੋਦ ਦੀ ਦਾਤ, ਚਰਨ ਸ਼ਰਨ ਦੀ ਦਾਤ ਬਖਸ਼ੀ ਹੈ ਔਰ ਗੁਰੂ ਗੋਦ ਦਾ ਆਨੰਦ ਮਾਣਦੇ ਹੋਏ ਗੁਰੂ ਘਰ ਦੇ ਕੀਰਤਨੀਆਂ ਪਾਸੋਂ
ਪਾਵਨ ਬਾਣੀ ਦੇ ਸ਼ਬਦ ਕੀਰਤਨ ਪਿਆਰ ਸਹਿਤ ਸਤਿਕਾਰ ਸਹਿਤ ਆਪ ਜੀ ਨੇ ਸ਼ਰਵਣ ਕੀਤੇ, ਬਹੁਤ ਪਿਆਰੇ। ਸਾਡੇ ਪਰਿਵਾਰਕ ਸਮਾਜਿਕ ਜੀਵਨ ਦੇ ਨਾਲ ਸੰਬੰਧਿਤ ਉਪਦੇਸ਼ ਸ਼ਬਦ ਕੀਰਤਨ ਰੂਪ ਚ ਭਾਈ ਸਾਹਿਬ ਨੇ ਗਾਇਨ ਕੀਤੇ। ਪਰ ਕਾ ਬੁਰਾ ਨਾ ਰਾਖੋ ਚੀਤ, ਤੁਮਕੋ ਦੁੱਖ ਨਹੀਂ ਪਾਈ ਮੀਤ। ਇਹ ਕੁਝ ਬਾਣੀ ਦੇ ਸ਼ਬਦ ਐਸੇ ਹਨ ਜਿਹੜੇ ਵਾਕਿਆ ਅੰਦਰ ਨੂੰ ਖਿੱਚ ਪਾਉਣ ਵਾਲੇ ਨੇ, ਝੰਜੋੜਨ ਵਾਲੇ ਨੇ ਔਰ ਵਾਰ-ਵਾਰ ਵਿਚਾਰਨ ਵਾਲੇ ਹਨ। ਵਾਰ-ਵਾਰ ਵਿਚਾਰਨ ਵਾਲੇ, ਜਿਵੇਂ ਇਹ ਨਹੀਂ ਹੈ ਕਿ ਇੱਦਾਂ ਦੇ ਜਿਹੜੇ ਉਪਦੇਸ਼ ਨੇ ਅਸੀਂ ਕਹੀਏ ਜੀ ਇੱਕ ਵਾਰੀ ਸੁਣ ਲਿਆ ਤੇ ਕੰਮ ਖਤਮ, ਹੁਣ ਦੁਬਾਰਾ ਉਹ ਚੀਜ਼ ਰਿਪੀਟ ਨਾ ਕਰੋ। ਕੁਝ ਚੀਜ਼ਾਂ ਐਸੀਆਂ ਨੇ ਜਿਹੜੀਆਂ ਵਾਰ-ਵਾਰ ਰਿਪੀਟ ਕਰਨੀਆਂ ਪੈਂਦੀਆਂ ਨੇ, ਜ਼ਰੂਰਤ ਹੁੰਦੀ ਹੈ ਉਹਨਾਂ ਦੀ। ਉਹ ਚੀਜ਼ਾਂ ਰਿਪੀਟ ਕਰਨ ਤੋਂ ਬਿਨਾਂ ਜੀਵਨ ਚੱਲ ਨਹੀਂ ਸਕਦਾ ਹੈ। ਜਿਵੇਂ ਅਸੀਂ ਭੋਜਨ ਖਾਂਦੇ ਹਾਂ, ਇਹ ਥੋੜ੍ਹਾ ਕਿ ਇੱਕ ਵਾਰੀ ਭੋਜਨ ਖਾਧਾ ਤੇ ਫਿਰ ਰਿਪੀਟ ਨਾ ਕਰੋ, ਇੱਕ ਵਾਰੀ ਪਾਣੀ ਪੀ, ਬਲਕਿ ਵੇਖੋ ਜਿਹਦੇ ਨਾਲ ਸਾਡਾ ਜੀਵਨ ਚੱਲ ਰਿਹਾ ਹੈ, ਸਵਾਸ ਲਗਾਤਾਰ ਰਿਪੀਟ ਹੋ ਰਹੇ ਨੇ, ਜੇ ਇਹਨਾਂ ਦਾ ਲਗਾਤਾਰ ਰਿਪੀਟ ਹੋਣਾ, ਨਿਰੰਤਰ ਚੱਲਣਾ ਰੁਕ ਜਾਵੇ ਤੇ ਫਿਰ ਜੀਵਨ ਰੁਕ ਗਿਆ, ਮੁੱਕ ਗਿਆ। ਭੋਜਨ ਸਾਨੂੰ ਲਗਾਤਾਰ ਨਾ ਮਿਲੇ, ਬੰਦਾ ਕਵੇ ਰੋਜ਼-ਰੋਜ਼ ਭੋਜਨ ਹੀ ਖਾਣਾ, ਹੁਣ ਮੈਂ ਭੋਜਨ ਨਹੀਂ ਖਾਇਆ ਕਰਨਾ, ਜੀਵਨ ਕਿੱਦਾਂ ਚੱਲੇਗਾ। ਇਹ ਚੀਜ਼ਾਂ ਤੇ ਹਨ ਸਾਡੇ ਸਰੀਰ ਦੀ ਖੁਰਾਕ, ਸਰੀਰ ਦੀ ਖੁਰਾਕ, ਜਿਨ੍ਹਾਂ ਦੇ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ। ਤੇ ਇਕੱਲਾ ਸਰੀਰ ਦੇ ਤੰਦਰੁਸਤ ਰਿਹਾ ਹੀ ਬੰਦਾ ਤੰਦਰੁਸਤ ਨਹੀਂ ਹੁੰਦਾ, ਉਹਦਾ ਮਨ ਵੀ ਤੰਦਰੁਸਤ ਹੋਣਾ ਚਾਹੀਦਾ ਹੈ। ਮਨ ਦੀ ਤੰਦਰੁਸਤੀ ਵੀ ਹੋਣੀ ਬਹੁਤ ਜ਼ਰੂਰੀ ਹੈ। ਤੇ ਤਨ ਮਨ ਦੇ ਨਾਲ ਜੁੜਿਆ ਹੈ, ਮਨ ਤਨ ਦੇ ਨਾਲ ਜੁੜਿਆ ਹੈ। ਦੋਵਾਂ ਚੀਜ਼ਾਂ ਨੂੰ ਵੱਖ ਨਹੀਂ ਕੀਤਾ ਜਾ ਸਕਦਾ। ਜਿੱਥੇ ਸਰੀਰ ਹੈ ਉੱਥੇ ਮਨ ਹੈ, ਜਿੱਥੇ ਮਨ ਹੈ ਉੱਥੇ ਤਨ ਵੀ ਹੈ। ਤਨ ਤੋਂ ਬਿਨਾਂ ਤਨ ਜਾਏ ਮਨ ਕਹਾਂ ਸਮਾਈ, ਮਨ ਕਿੱਥੇ ਟਿਕੇਗਾ ਜੇ ਤਨ ਨਹੀਂ ਹੋਏਗਾ। ਸਰੀਰ ਦੀ ਤੰਦਰੁਸਤੀ ਦਾ ਇਫੈਕਟ, ਅਸਰ ਸਾਡੇ ਮਨ ਤੇ ਪੈਂਦਾ ਹੈ, ਮਨ ਦੀ ਤੰਦਰੁਸਤੀ ਦਾ ਅਸਰ ਸਾਡੇ ਤਨ ਤੇ ਪੈਂਦਾ ਜੀ, ਸਾਡੇ ਤਨ ਤੇ ਪੈਂਦਾ। ਕਈ ਵਾਰ ਬੰਦਾ ਸਾਰੀ ਦਿਹਾੜੀ ਕੰਮ ਕਾਰ ਕਰਦਾ ਰਿਹਾ, ਸਰੀਰ ਥੱਕ ਗਿਆ ਹੈ, ਬੰਦਾ ਕਹਿੰਦਾ ਮੈਂ ਥੱਕ ਚੁੱਕਿਆ, ਮੇਰਾ ਮਨ ਥੱਕ ਚੁੱਕਿਆ, ਮੈਂ ਹੁਣ ਹੋਰ ਕਿਧਰੇ ਨਹੀਂ ਜਾ ਸਕਦਾ, ਮੈਂ ਹੋਰ ਕੰਮ ਨਹੀਂ ਕਰ ਸਕਦਾ, ਮੈਂ ਥੱਕ ਚੁੱਕਿਆ। ਕੰਮ ਸਰੀਰ ਨੇ ਕੀਤਾ ਹੈ ਪਰ ਉਹਦਾ ਅਸਰ ਪ੍ਰਭਾਵ ਮਨ ਤੇ ਵੀ ਪੈ ਗਿਆ, ਮਨ ਵੀ ਉਸੇ ਤਰ੍ਹਾਂ ਥੱਕ ਗਿਆ। ਕਈ ਵਾਰ ਅਸੀਂ ਕੀਤਾ ਤਨ ਕਰਕੇ ਕੁਝ ਨਹੀਂ ਹੁੰਦਾ ਹੈ, ਪਰ ਕੋਈ ਨਾ ਕੋਈ ਇੱਦਾਂ ਦੀ ਸੂਚਨਾ, ਖਬਰ ਸਾਨੂੰ ਮਿਲਦੀ ਹੈ ਜਿਹੜੀ ਮਨ ਨੂੰ ਝੰਜੋੜ ਕੇ ਰੱਖ ਦਿੰਦੀ ਹੈ। ਕੀਤਾ ਕੁਝ ਨਹੀਂ ਹੈ ਬੰਦੇ ਨੇ, ਪਰ ਆਪਣੇ ਕਿਸੇ ਸਨੇਹੀ ਬਾਰੇ, ਕਿਸੇ ਮਿੱਤਰ ਬਾਰੇ, ਕਿਸੇ ਬਹੁਤ ਨਿਕਟਵਰਤੀ ਬਾਰੇ ਸੁਣਿਆ ਕਿ ਉੱਥੇ ਕੋਈ ਇੱਦਾਂ ਹਾਦਸਾ ਵਰਤ ਗਿਆ, ਕੋਈ ਦੁੱਖ, ਕੋਈ ਇੱਦਾਂ ਭਾਣਾ ਵਰਤ ਗਿਆ ਹੈ, ਤੇ ਇੱਕਦਮ ਉਹਦਾ ਇੰਨਾ ਗਹਿਰਾ ਅਸਰ ਮਨ ਤੇ ਪੈਂਦਾ ਹੈ, ਅਸੀਂ ਬਹਿ ਜਾਂਦੇ ਹਾਂ ਢੇਰੀ ਢਾਹ ਕੇ ਕਿ ਇਹ ਕੀ ਹੋ ਗਿਆ। ਹੁਣ ਉਹ ਚੀਜ਼, ਗੱਲ ਸੁਣੀ, ਮਨ ਤੱਕ ਪਹੁੰਚੀ, ਮਨ ਢਹਿ ਗਿਆ ਤੇ ਤਨ ਵੀ ਢਹਿ ਗਿਆ। ਵੇਖੋ ਦੋਵੇਂ ਚੀਜ਼ਾਂ ਇੱਕ ਦੂਜੇ ਦੇ ਨਾਲ ਹਨ। ਇਸ ਕਰਕੇ ਸਰੀਰ ਦਾ ਚੜ੍ਹਦੀ ਕਲਾ ਤੇ ਤੰਦਰੁਸਤੀ 'ਚ ਰਹਿਣਾ, ਉਹਦਾ ਅਸਰ ਮਨ ਤੇ ਹੈ, ਮਨ ਦਾ ਚੜ੍ਹਦੀ ਕਲਾ ਤੇ ਤੰਦਰੁਸਤੀ 'ਚ ਰਹਿਣਾ, ਉਹਦਾ ਅਸਰ ਤਨ ਤੇ ਹੈ। ਸਰੀਰ ਨੂੰ ਨਿਰੰਤਰ ਪ੍ਰੋਪਰ ਆਪਣੀ ਖੁਰਾਕ ਮਿਲਦੀ ਰਹਿਣੀ ਚਾਹੀਦੀ ਹੈ, ਸਰੀਰ ਤਾਂ ਤੰਦਰੁਸਤ ਹੈ। ਇਸੇ ਕਰਕੇ ਗੁਰੂ ਨਾਨਕ ਬਾਬਾ ਜੀ ਨੇ ਉਹਨਾਂ ਲੋਕਾਂ ਨੂੰ ਕਬੂਲ ਨਹੀਂ ਕੀਤਾ ਜਿਹੜੇ ਕਹਿੰਦੇ ਸਨ ਭੋਜਨ ਛੱਡ ਕੇ ਬਹਿ ਜਾਓ, ਖਾਓ ਪੀਓ ਕੁਝ ਨਾ। ਮਹਾਰਾਜ ਕਹਿਣ ਲੱਗੇ ਕਿੱਦਾਂ ਜੀਵਨ ਚੱਲ ਸਕਦਾ, 3.5 ਮਣ ਦੇਹਰੀ ਚੱਲੇ ਪਾਣੀ ਅੰਨ, ਇਹਨੂੰ ਛੱਡਿਆ ਫਿਰ ਕਿੱਦਾਂ ਗੱਲ ਬਣੇਗੀ। ਤੇ ਜਿੱਥੇ ਤਨ ਨੂੰ ਤਨ ਦੀ ਪ੍ਰੋਪਰ ਖੁਰਾਕ ਦੀ ਜ਼ਰੂਰਤ ਹੈ, ਉੱਥੇ ਮਨ ਨੂੰ ਵੀ ਮਨ ਦੀ ਪ੍ਰੋਪਰ ਖੁਰਾਕ ਚਾਹੀਦੀ। ਮਨ ਦੀ ਖੁਰਾਕ ਦੇ ਵਿੱਚੋਂ ਸਭ ਤੋਂ ਪਹਿਲੇ ਨੰਬਰ ਤੇ ਹੈ ਪਰਮਾਤਮਾ ਦਾ ਨਾਮ। ਜਿਵੇਂ
ਸਰੀਰ ਦੀ ਖੁਰਾਕ ਦੀ ਗੱਲ ਕਰੀਏ, ਸਾਡੇ ਲਈ ਸਭ ਤੋਂ ਪਹਿਲੇ ਨੰਬਰ 'ਤੇ ਹੈ ਰੋਟੀ। ਅਸੀਂ ਵਿਆਹਾਂ ਸ਼ਾਦੀਆਂ 'ਚ ਜਾਂਦੇ ਹਾਂ, ਕਿੰਨੇ ਸਟਾਲ ਲੱਗੇ ਹੁੰਦੇ ਨੇ, ਕਿੰਨਾ ਕੁਝ ਆਪਾਂ ਸਾਰੀ ਦਿਹਾੜੀ ਖਾਂਦੇ ਹਾਂ। ਉਦੋਂ ਬਾਅਦ ਬੰਦਾ ਕਹਿੰਦਾ ਹੁਣ ਇੱਕ ਦੋ ਪ੍ਰਸ਼ਾਦੇ ਛਕ ਲਈ। ਹਾਲਾਂਕਿ ਭਾਵੇਂ ਬਹੁਤ ਕੁਝ ਖਾਧਾ ਹੁੰਦਾ ਹੈ, ਪਰ ਜਿਹੜੀ ਇੱਕ ਸੰਤੁਸ਼ਟੀ ਸਾਨੂੰ ਦੋ ਪ੍ਰਸ਼ਾਦੇ ਛਕ ਕੇ ਮਿਲਦੀ ਹੈ, ਉਹ ਕਈ ਚੀਜ਼ਾਂ ਛਕ ਕੇ ਵੀ ਨਹੀਂ ਮਿਲਦੀ ਹੈ। ਕਿਉਂਕਿ ਸਾਡੇ ਸਰੀਰ ਦੀ ਜਾਂ ਜੋ ਸਾਡੇ ਸੱਭਿਆਚਾਰ ਮੁਤਾਬਕ ਇਸ ਇਲਾਕੇ ਦੇ ਵਿੱਚ ਭੋਜਨ ਖਾ ਕੇ ਹੀ ਸਾਨੂੰ ਤਸੱਲੀ ਮਿਲਦੀ, ਦੋ ਪ੍ਰਸ਼ਾਦੇ ਖਾ ਕੇ ਹੀ ਤਸੱਲੀ ਮਿਲਦੀ ਹੈ। ਇਸੇ ਤਰ੍ਹਾਂ ਮਨ ਦੀ ਖੁਰਾਕ ਹੈ ਭਜਨ, ਪਰਮਾਤਮਾ ਦੀ ਇਬਾਦਤ ਬੰਦਗੀ। ਮਨ ਦੀ ਤਸੱਲੀ ਉਹਦੇ ਨਾਲ ਹੁੰਦੀ ਹੈ, ਅਕਾਲ ਪੁਰਖ ਦੇ ਸਿਮਰਨ ਬੰਦਗੀ ਇਬਾਦਤ ਦੇ ਨਾਲ। ਅਸੀਂ ਬੜੇ ਬੇਚੈਨ ਹੁੰਦੇ ਹਾਂ, ਬੜੇ ਦੁਖੀ ਹੁੰਦੇ, ਪਰੇਸ਼ਾਨੀਆਂ 'ਚ ਹੁੰਦੇ। ਕਾਰਨ ਕੀ ਹੈ? ਅਸਲ 'ਚ ਮਨ ਨੂੰ ਮਨ ਦੀ ਖੁਰਾਕ ਨਹੀਂ ਮਿਲ ਰਹੀ ਤੇ ਮਨ ਭੁੱਖ ਕਰਕੇ ਤੜਫ ਰਿਹਾ ਹੈ। ਤੇ ਭੋਜਨ ਪ੍ਰਸ਼ਾਦੇ ਤੋਂ ਬਿਨਾਂ ਜਿਵੇਂ ਸਾਨੂੰ ਹੋਰ ਵੀ ਕਈ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ ਸਰੀਰ ਦੀ ਤੰਦਰੁਸਤੀ ਤੇ ਤ੍ਰਿਪਤੀ ਦੇ ਲਈ, ਇਸੇ ਤਰ੍ਹਾਂ ਮਨ ਦੀ ਤ੍ਰਿਪਤੀ ਹਾਲਾਂਕਿ ਸਿਮਰਨ ਦੇ ਨਾਲ ਹੁੰਦੀ ਹੈ, ਪਰ ਉਹਦੇ ਨਾਲ ਕੁਝ ਚੀਜ਼ਾਂ ਹੋਰ ਵੀ ਨਾਲ ਜੋੜ ਕੇ ਸਾਨੂੰ ਚੱਲਣਾ ਪੈਂਦਾ ਹੈ। ਤੇ ਉਹਨਾਂ 'ਚੋਂ ਇੱਕ ਹਨ ਚੰਗੇ ਵਿਚਾਰ, ਉੱਤਮ ਵਿਚਾਰ, ਉੱਤਮ ਸੰਗਤ, ਉੱਤਮ ਵਿਚਾਰ। ਚੰਗੇ ਵਿਚਾਰ ਸਾਡੇ ਮਨ ਨੂੰ ਤਰੋ ਤਾਜ਼ਾ ਕਰਦੇ ਨੇ, ਤੰਦਰੁਸਤ ਕਰਦੇ ਨੇ, ਨਰੋਆ ਕਰਦੇ ਹਨ। ਤੇ ਉਹਨਾਂ ਅਤ ਚੰਗੇ ਵਿਚਾਰਾਂ ਦੇ ਵਿੱਚੋਂ ਇਹ ਇੱਕ ਅਤ ਉੱਤਮ ਵਿਚਾਰ ਹੈ ਕਿ ਪਰ ਕਾ ਬੁਰਾ ਨਾ ਰਾਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਵੀ। ਜੇ ਅਸੀਂ ਆਪਣੇ ਕੋਲ ਦੁਸ਼ਮਣ ਨੂੰ ਥਾਂ ਨਹੀਂ ਦਿੰਦੇ ਹਾਂ ਤੇ ਦੁਸ਼ਮਣੀ ਨੂੰ ਥਾਂ ਕਿਉਂ ਦਈਏ? ਮਹਾਰਾਜ ਕਹਿੰਦੇ ਤੂੰ ਦੂਜੇ ਦਾ ਮਾੜਾ ਆਪਣੇ ਚਿੱਤ ਵਿੱਚ ਵੀ ਨਾ ਰੱਖ, ਉਹਦਾ ਕੀ ਅਸਰ ਪਵੇਗਾ ਤੇਰੇ ਤੇ, ਇਫੈਕਟ ਕੀ ਹੋਏਗਾ ਤੇਰੇ ਤੇ। ਤੁਮ ਕੋ ਦੁੱਖ ਨਹੀਂ ਭਾਈ ਮੀਤ, ਜੇ ਤੂੰ ਦੂਜੇ ਬਾਰੇ ਮਾੜਾ ਮਨ 'ਚ ਨਹੀਂ ਰੱਖੇਗਾ ਤੂੰ ਖੁਦ ਵੀ ਦੁਖੀ ਨਹੀਂ ਹੋਏਗਾ। ਕਿਉਂਕਿ ਕਈ ਵਾਰ ਬੰਦਾ ਬਸ ਦੂਜੇ ਪ੍ਰਤੀ ਈਰਖਾ ਹੈ ਤੇ ਉਹਨੂੰ ਵੇਖ ਵੇਖ ਕੇ ਹੀ ਦੁਖੀ ਹੋਈ ਜਾਂਦਾ ਹੈ, ਵੇਖ ਵੇਖ ਕੇ ਹੀ ਸੜੀ ਕਲਪੀ ਜਾਂਦਾ ਹੈ, ਕਹਿ ਕੁਝ ਨਹੀਂ ਸਕਦਾ ਕਿਉਂਕਿ ਉਹਦੇ ਨਾਲ ਬੋਲਚਾਲ ਨਹੀਂ ਹੈ, ਵਿਰੋਧਤਾ ਹੈ, ਦੁਸ਼ਮਣੀ ਹੈ। ਪਰ ਉਹਦੀ ਚੜ੍ਹਤ ਨੂੰ ਵੇਖ ਕੇ, ਉਹਦੇ ਸੁੱਖ ਨੂੰ ਵੇਖ ਕੇ, ਉਹਦੀ ਖੁਸ਼ਹਾਲੀ ਨੂੰ ਵੇਖ ਕੇ ਹੀ ਬੰਦਾ ਅੰਦਰੋਂ ਅੰਦਰ ਹੀ ਕਲਪੀ ਜਾਂਦਾ, ਦੁਖੀ ਹੁੰਦਾ ਹੈ। ਮਹਾਰਾਜ ਕਹਿੰਦੇ ਵੇਖ ਇਹਦਾ ਕਾਰਨ ਕੀ ਹੈ ਤੇਰੇ ਦੁਖੀ ਹੋਣ ਦਾ? ਤੂੰ ਦੂਜੇ ਬਾਰੇ ਮਾੜਾ ਚਿੱਤ ਵਿਆ ਹੈ, ਤੂੰ ਦੂਜੇ ਬਾਰੇ ਮਾੜੀ ਸੋਚ, ਮਾੜੇ ਫੁਰਨੇ ਆਪਣੇ ਜੀਵਨ ਮਨ 'ਚ ਰੱਖੇ ਨੇ, ਉਹਦਾ ਅਸਰ ਪ੍ਰਭਾਵ ਹੋ ਰਿਹਾ। ਤੂੰ ਦੂਜੇ ਦਾ ਤੇ ਕੁਝ ਨਹੀਂ ਵਿਗਾੜ ਪਾ ਰਿਹਾ, ਪਰ ਆਪਣੇ ਆਪ ਦਾ ਜ਼ਰੂਰ ਵਿਗਾੜ ਰਿਹਾ ਹੈ, ਆਪ ਬੈਠਾ ਬੈਠਾ ਦੁਖੀ ਹੋ ਰਿਹਾ ਹੈ। ਇਸ ਕਰਕੇ ਇਹ ਇੱਦਾਂ ਦੇ ਜਿਹੜੇ ਬਚਨ ਨੇ ਸਾਨੂੰ ਹਮੇਸ਼ਾ ਤਰੋ ਤਾਜ਼ਾ ਰੱਖਣ ਦੇ ਲਈ, ਚੰਗੇ ਵਿਚਾਰ ਇਸ ਮਨ ਅੰਦਰ ਬਣੇ ਰਹਿਣ, ਇੱਦਾਂ ਦੇ ਜਿਹੜੇ ਬਾਣੀ ਦੇ ਬਚਨ ਨੇ ਉਹ ਲਗਾਤਾਰ ਜੀਵਨ ਅੰਦਰ ਰਿਪੀਟ ਕਰਨੇ ਬਹੁਤ ਜ਼ਰੂਰੀ ਹਨ। ਸੱਚੇ ਮਾਰਗ ਚੱਲਦਿਆਂ ਉਸਤਤ ਕਰੈ ਜਹਾਨ, ਮਿੱਠਾ ਬੋਲੇ ਨਿਭ ਚੱਲੈ, ਹੱਥੋਂ ਦੇ ਕੇ ਭਲਾ ਮਨਾਵੈ। ਮਿੱਠਤ ਨੀਵੀ ਨਾਨਕਾ, ਗੁਣ ਚੰਗਿਆਈਆਂ ਤਤ, ਜਾਂ ਸੁਖੀ ਬਸੈ ਮਸਕੀਨੀਆਂ, ਆਪ ਨਿਵਾਰ ਤਲੇ। ਬੜੇ ਬੜੇ ਅਹੰਕਾਰੀਆ ਨਾਨਕ ਗਰਭ ਗਲੇ। ਤੇ ਅਕਸਰ ਵੇਖੋ ਆਪਾਂ ਵੇਂਦੇ ਵੀ ਹਾਂ ਕਈ ਜਗ੍ਹਾ ਤੇ ਧਾਰਮਿਕ ਅਸਥਾਨਾਂ ਤੇ ਧਾਰਮਿਕ ਕੇਂਦਰਾਂ ਤੇ ਇੱਦਾਂ ਦੀਆਂ ਜਿਹੜੀਆਂ ਕੁਝ ਸਪੈਸ਼ਲ ਬਾਣੀ ਦੇ ਸ਼ਬਦਾਂ ਦੀਆਂ ਪੰਕਤੀਆਂ ਨੇ ਉਹ ਜਗ੍ਹਾ ਜਗ੍ਹਾ ਤੇ ਲਿਖੀਆਂ ਵੀ ਹੁੰਦੀਆਂ ਨੇ, ਤਾਂ ਕਿ ਸਾਨੂੰ ਨਿਰੰਤਰ ਉਹ ਜਿਹੜੀ ਚੰਗੀ ਚੀਜ਼ ਹੈ ਉਹ ਸਾਡੇ ਧਿਆਨ 'ਚ ਰਵੇ, ਉਹ ਅਸੀਂ ਲਗਾਤਾਰ ਪੜ੍ਹਦੇ ਰਹੀਏ, ਸੁਣਦੇ ਰਹੀਏ, ਸਮਝਦੇ ਰਹੀਏ ਤੇ ਕਮਾਉਂਦੇ ਰਹੀਏ। ਸਤਿਗੁਰੂ ਮਿਹਰ ਕਰਨ, ਜਿੱਦਾਂ ਦਾ ਸਾਡਾ ਮਨ ਗੁਰੂ ਬਣਾਉਣਾ ਚਾਹੁੰਦੇ ਨੇ ਉੱਦਾਂ ਦਾ ਸਾਡਾ ਮਨ ਬਣੇ, ਵੈਰ ਵਿਰੋਧ ਈਰਖਾ ਦਵੈਸ਼ ਤੋਂ ਮੁਕਤ। ਤੇ ਇਹ ਚੀਜ਼ ਬਣ ਸਕਦੀ ਹੈ। ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਹਮ ਕੋ ਬਨਾਈ। ਉਪਰੰਤ ਆਓ ਕਬੀਰ ਸਾਹਿਬ ਜੀ ਦੇ ਪਾਵਨ ਪਵਿੱਤਰ ਬਚਨਾਂ ਦੀ ਵਿਚਾਰ ਦੀ ਸਾਂਝ ਪਾਈਏ, ਇਕਾਗਰਤਾ ਬਣਾਉਂਦੇ ਹੋਏ। ਗੱਜ ਵੱਜ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਕਬੀਰ ਜੀ ਦੀ ਰਸਨਾ ਤੋਂ ਉਚਾਰਨ। ਕੱਲ 2 ਸ਼ਲੋਕਾਂ ਦੀ ਵਿਚਾਰ ਆਪ ਜੀ ਨੇ ਸ਼ਰਵਣ ਕੀਤੀ। 178 179 ਨੰਬਰ ਸ਼ਬਦ, ਜਿਨ੍ਹਾਂ ਰਾਹੀਂ ਭਗਤ ਕਬੀਰ ਜੀ ਨੇ ਸਾਨੂੰ ਇਹ ਸਮਝਾਇਆ ਕਿ ਇਹ ਜਿਹੜੀ ਸਾਡੀ ਕਾਇਆ ਹੈ, ਸਰੀਰ ਹੈ, ਇਹ ਮਿੱਟੀ ਦਾ ਬਣਿਆ ਹੋਇਆ ਪੁਤਲਾ ਹੈ
और क्या बिसासा इस भांडे का इतना को लागे ठनका, ਇਹਦਾ ਭਰੋਸਾ नहीं है। ਤੇ ਇਹ ਜਿਹੜਾ ਮਿੱਟੀ ਦਾ ਭਾਂਡਾ ਹੈ, 4 ਦਿਵਸ ਕੋ ਵੇਖਣਾ ਅੰਤ खे की खे, 4 ਦਿਨਾਂ ਦੀ ਇਹ ਜ਼ਿੰਦਗੀ ਦੀ ਖੇਡ ਹੈ। ਫਿਰ ਇਹ ਮਿੱਟੀ ਨੇ ਉਸੇ ਮਿੱਟੀ ਦੇ ਵਿੱਚ ਮਿੱਟੀ ਹੋ ਜਾਣਾ ਹੈ ਜਿੱਥੋਂ ਇਹ ਮਿੱਟੀ ਦੇ ਵਿੱਚੋਂ ਇਹਦੀ ਉਤਪਤੀ ਹੋਈ ਹੈ। ਮਨੁੱਖ ਮਿੱਟੀ ਦਾ ਪੁਤਲਾ ਹੈ। ਇਹ ਚੀਜ਼ ਕਬੀਰ ਜੀ ਨੇ ਸਾਨੂੰ ਸਮਝਾਈ ਕਿ ਹੰਕਾਰ ਨਹੀਂ ਕਰਨਾ, ਦਾਅਵੇਦਾਰੀਆਂ ਨਹੀਂ ਕਰਨੀਆਂ, ਕਿਉਂਕਿ ਪਿਛਲੇ ਕੁਝ ਸ਼ਲੋਕਾਂ ਰਾਹੀਂ ਲਗਾਤਾਰ ਕਬੀਰ ਜੀ ਇਹ ਚੀਜ਼ ਸਮਝਾ ਰਹੇ ਨੇ ਕਿ ਦਾਅਵੇ ਦਾਜਨ ਹੋਤ ਹੈ, ਨਿਰਦਾਵੈ ਰਹਿ ਨਿਸੰਕ। ਜੇ ਮਨ 'ਚ ਹੰਕਾਰ ਹੋਏਗਾ, ਦਾਅਵਾ ਕਰੇਗਾ ਤੇ ਫਿਰ ਤੂੰ ਅੰਦਰੋਂ ਅੰਦਰ ਹੀ ਸੜਦਾ ਕਲਪਦਾ ਰਹੇਗਾ। ਜੇ ਨਿਰਦਾਵੇ ਹੋਏਗਾ ਤੇ ਬੇਫਿਕਰ ਹੋ ਕੇ ਜੀਵੇਂਗਾ। ਇਸ ਕਰਕੇ ਗੁਰੂ ਕਹਿੰਦੇ ਕੱਚੇ ਭਾਂਡੇ ਦਾ ਕਾਹਦਾ ਦਾਵਾ ਹੈ। ਹੁਣ ਕਿਸੇ ਦੇ ਕੋਲ ਐਨ ਮਜ਼ਬੂਤ ਧਾਤੂ ਦਾ ਭਾਂਡਾ ਹੋਵੇ, ਬੰਦਾ ਉਹਦਾ ਦਾਵਾ ਕਰ ਸਕਦਾ ਹੈ ਜੀ ਇਹ ਨਹੀਂ ਟੁੱਟ ਸਕਦਾ। ਪਰ ਮਿੱਟੀ ਦਾ ਭਾਂਡਾ ਉਹਨੂੰ ਜਿੰਨਾ ਮਰਜ਼ੀ ਪਕਾਵੋ, ਜਿੰਨਾ ਮਰਜ਼ੀ ਪਕਾ ਲਵੋ, ਹੈ ਤੇ ਆਖਰ ਮਿੱਟੀ ਦਾ ਹੀ ਹੈ। ਉਹਨੂੰ ਠੋਕਰ ਲੱਗੇਗੀ ਅੰਦਰੋਂ ਬਾਹਰੋਂ ਤੇ ਉਹ ਟੁੱਟ ਜਾਏਗਾ। ਇਸੇ ਤਰ੍ਹਾਂ ਹਜ਼ੂਰ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਸਰੀਰ ਦੀ ਖੇਡ ਹੈ। ਜਲ ਕੀ ਭੀਤ, ਭਗਤ ਰਵਿਦਾਸ ਸਾਹਿਬ ਕਹਿੰਦੇ ਜੇ ਵੇਖਿਆ ਜਾਵੇ ਇਹ ਸਰੀਰ ਕੀ ਹੈ। ਜਲ ਕੀ ਭੀਤ ਪਵਨ ਕਾ ਥੰਬਾ, ਰਕਤ ਬੂੰਦ ਕਾ ਗਾਰਾ, ਹਾਡ ਮਾਸ ਨਾੜੀ ਕੋ ਪਿੰਜਰ, ਪੰਖੀ ਬਸੇ ਵਿਚਾਰਾ। ਸਰੀਰ ਇਹਦੀ ਅਸਲੀਅਤ ਕੀ ਕਹਿੰਦੇ, ਪ੍ਰਾਣੀ ਕਿਆ ਤੇਰਾ ਕਿਆ ਮੇਰਾ, ਜੈਸੇ ਤਰਵਰ ਪੰਖ ਬਸੇਰਾ। ਦਰਖਤ ਤੇ ਬੈਠਾ ਪੰਛੀ, ਆਪਾਂ ਕੋਈ ਕਿਸੇ ਨਾਲ ਸ਼ਰਤ ਥੋੜਾ ਲਾ ਸਕਦੇ, ਚੈਲੰਜ ਥੋੜਾ ਕਰ ਸਕਦੇ ਹਾਂ ਜੀ ਇਹ ਬਹਿ ਗਿਆ ਦਰਖਤ ਤੇ ਤਾਰ ਤੇ ਹੁਣੇ ਵੇਖਿਓ ਸ਼ਾਮਾਂ ਤੱਕ ਬੈਠਾ ਹੀ ਰਹੇਗਾ। ਪੰਛੀ ਹੈ, ਉਹਦੀ ਆਪਣੀ ਮੌਜ ਹੈ, ਹੁਣੇ ਬੈਠਾ ਹੁਣੇ ਦੂਜੇ ਪਲ ਉਡਾਰੀ ਮਾਰ ਕੇ ਜਾ ਸਕਦਾ। ਗੁਰੂ ਕਹਿੰਦੇ ਇਸੇ ਤਰ੍ਹਾਂ ਤੇਰੀ ਇਹ ਜਿਹੜੀ ਮਿੱਟੀ ਦੀ ਬਣੀ ਹੋਈ ਕਾਇਆ ਹੈ, ਇਸ ਕਾਇਆ ਦੇ ਅੰਦਰ ਆਤਮਾ ਰੂਪੀ ਪੰਛੀ ਬੈਠਾ ਹੈ। ਆਤਮਾ ਰੂਪੀ ਪੰਛੀ ਬੈਠਾ ਹੈ ਇਹ ਸਰੀਰ ਰੂਪੀ ਭਾਂਡੇ 'ਚ। ਤੇ ਕੋਈ ਦਾਅਵੇਦਾਰੀ ਨਹੀਂ ਹੈ, ਕੋਈ ਦਾਅਵਾ ਨਹੀਂ ਕਰ ਸਕਦਾ ਜੀ ਮੈਂ ਇੰਨੀ ਦੇਰ ਜਿਉਂਦਾ ਰਵਾਂਗਾ, ਮੈਂ ਇੰਨੇ ਵਰੇ ਜਿਉਂਦਾ ਰਵਾਂਗਾ। ਜਿਉਂਦਾ ਰਵੇ ਹੋ ਸਕਦਾ ਜਿੰਨੇ ਚਿਰ ਦੇ ਬੰਦੇ ਦਾਅਵਾ ਕਰ ਰਿਹਾ ਉਦੋਂ ਵੀ ਕਈ ਗੁਣਾ ਵੱਧ ਸਮਾਂ ਜਿਉਂਦਾ ਰਹਿ ਜਾਵੇ, ਤੇ ਨਾ ਜਿਉਂਦਾ ਰਵੇ ਤੇ ਹੋ ਸਕਦਾ ਅਗਲਾ ਦਮ ਹੀ ਨਾ ਆਵੇ, ਕਿਉਂਕਿ ਹਮ ਆਦਮੀ ਹਾਂ ਇੱਕ ਦਮੀ ਮੋਹਲਤ ਮੋਹਤ ਨਾ ਜਾਣਾ। ਇਹ ਵਾਹਿਗੁਰੂ ਨੇ ਵੇਖੋ ਪਰਦਾ ਰੱਖਿਆ ਹੈ ਕਿ ਕੱਲ ਨੂੰ ਵਰਤਣਾ ਹੈ। ਅਸੀਂ ਹੁਣ ਜੋ ਲੰਘ ਚੁੱਕਿਆ ਹੈ ਪਾਸਟ, ਉਹ ਤਾਂ ਵੇਖ ਸਕਦੇ, ਉਹਦੇ ਬਾਰੇ ਤੇ ਜਾਣ ਸਕਦੇ ਹਾਂ। ਤੇ ਅਕਸਰ ਹੁਣ ਦੇ ਸਮੇਂ 'ਚ ਤੇ ਕਿੰਨੇ ਸਾਧਨ ਹਨ ਕਿ ਜਿਵੇਂ ਆਪਾਂ ਵੀਡੀਓਗ੍ਰਾਫੀ ਕਰਕੇ ਉਹ ਚੀਜ਼ਾਂ ਨੂੰ ਸੰਭਾਲ ਕੇ ਵੀ ਯਾਦਗਾਰੀ ਪਲ ਸੰਭਾਲ ਕੇ ਰੱਖਦੇ ਹਾਂ। ਲੰਘੇ ਹੋਏ ਸਮੇਂ ਨੂੰ ਤੇ ਹੁਣ ਜਿਵੇਂ ਚੀਜ਼ਾਂ ਹਨ ਇੰਟਰਨੈਟ ਤੇ ਅਪਲੋਡ ਹੋ ਰਹੀਆਂ ਨੇ, ਉਹਨਾਂ ਨੂੰ ਭਾਵੇਂ ਸੈਂਕੜੇ ਸਾਲ ਬਾਅਦ ਵੀ ਬੰਦਾ ਦੁਬਾਰਾ ਸਰਚ ਕਰਕੇ ਵੇਖ ਸਕਦਾ ਹੈ ਜੋ ਲੰਘ ਚੁੱਕਿਆ ਹੈ। ਲੰਘ ਚੁੱਕੇ ਨੂੰ ਤੇ ਅਸੀਂ ਹੋ ਸਕਦਾ ਕੱਲ ਨੂੰ 100 ਸਾਲ 1000 ਸਾਲ ਪੁਰਾਣਾ ਡਾਟਾ ਵੀ ਬੰਦਾ ਵੇਖ ਸਕੇ, ਪਰ ਆਉਣ ਵਾਲੇ ਸਮੇਂ ਦਾ ਅਗਲੇ ਪਲ ਦਾ ਵੀ ਅਸੀਂ ਨਹੀਂ ਵੇਖ ਸਕਦੇ ਕਿ ਕੀ ਹੋਣਾ ਹੈ, ਦੂਜੇ ਛਿਨ ਕੀ ਹੋਣਾ, ਕੱਲ ਕੀ ਹੋਣਾ, ਪਰਸੋਂ ਕੀ ਹੋਣਾ, ਕੁਝ ਸਾਨੂੰ ਪਤਾ ਨਹੀਂ ਹੈ। ਤੇ ਨਾ ਇੱਦਾਂ ਦਾ ਕੋਈ ਸਿਸਟਮ ਹੈ ਕਿ ਉਹਨੂੰ ਅਸੀਂ ਵੇਖ ਸਕੀਏ। ਇਹ ਇੱਕ ਪਰਦਾ ਅਕਾਲ ਪੁਰਖ ਵਾਹਿਗੁਰੂ ਨੇ ਐਸਾ ਰੱਖਿਆ ਹੈ। ਸਾਡੀ ਮੌਤ ਕਦੋਂ, ਕਿਸ ਵਕਤ, ਕਿਹੜੀ ਜਗ੍ਹਾ ਤੇ ਕਿਹੜੇ ਕਾਰਨ ਦੇ ਨਾਲ ਬਣ ਜਾਣੀ ਹੈ, ਇਹਦਾ ਕੋਈ ਪਤਾ ਨਹੀਂ ਹੈ। ਧੰਨ ਬਾਬਾ ਕਬੀਰ ਸਾਹਿਬ ਜੀ ਦਾ ਇੱਕ ਬਚਨ ਕਹਿੰਦੇ ਕਿਆ ਜਾਨਾ ਕਿ ਮਰਾਂਗੇ, ਕੈਸਾ ਮਰਨਾ ਹੋਏ। ਸਾਨੂੰ ਕੀ ਪਤਾ ਹੈ ਕਿੱਦਾਂ ਅਸੀਂ ਮਰਨਾ ਹੈ, ਕਿੱਦਾਂ ਸਾਡੀ ਮੌਤ ਹੋਣੀ, ਸਾਡਾ ਅਖੀਰਲਾ ਸਮਾਂ ਕਿੱਦਾਂ ਆਉਣਾ, ਕਿਸੇ ਨੂੰ ਕੁਝ ਪਤਾ ਨਹੀਂ ਹੈ। ਪਰ ਇੱਕ ਗੱਲ ਉਹਨਾਂ ਨੇ ਜ਼ਰੂਰ ਕਹੀ, ਕਿਉਂਕਿ ਮੌਤ ਦਾ ਡਰ ਤਾਂ ਹਰ ਇੱਕ ਦੇ ਅੰਦਰ ਹੈ, ਕੇਵਲ ਮਨੁੱਖ ਦੇ ਅੰਦਰ ਹੀ ਨਹੀਂ, ਪਸ਼ੂ ਪੰਛੀ ਵੀ। ਉਹਨਾਂ ਨੂੰ ਮਹਿਸੂਸ ਹੋਵੇ ਕਿ ਕਿਸੇ ਜਗ੍ਹਾ ਤੇ ਸਾਡੀ ਜਾਨ ਨੂੰ ਖਤਰਾ ਹੈ ਤੇ ਉਹ ਇੱਕਦਮ ਉਹ ਜਗ੍ਹਾ ਛੱਡ ਕੇ ਤੇ ਦੂਰ ਚਲੇ ਜਾਂਦੇ। ਬਲਕਿ ਇਨਸਾਨਾਂ ਨੂੰ ਵੀ ਕਈ ਵਾਰ ਕੁਦਰਤੀ ਅਣਹੋਣੀਆਂ ਦਾ ਪਤਾ ਨਹੀਂ ਲੱਗਦਾ, ਇੱਕਦਮ ਉਹ ਅਣਹੋਣੀ ਵਰਤ ਗਈ। ਪਰ ਪਸ਼ੂਆਂ ਨੂੰ ਕੁਦਰਤ ਨੇ ਬੜੀ ਅਵੇਅਰਨੈਸ ਦਿੱਤੀ ਹੋਈ ਹੈ, ਜਾਗਰਤੀ ਦਿੱਤੀ ਹੈ। ਉਹ ਜਿਵੇਂ ਪਿਛਲੇ ਸਮੇਂ 'ਚ ਸੁਨਾਮੀ ਆਈ ਸੀ ਤੇ ਕਿੰਨੇ ਹਜ਼ਾਰਾਂ ਨਹੀਂ ਲੱਖਾਂ ਲੋਕ ਮਾਰੇ ਗਏ, ਪਰ ਜਾਨਵਰ ਵੀ ਮਰੇ। ਪਰ ਕਿਹੜੇ ਮਰੇ? ਜਿਹੜੇ ਲੋਕਾਂ ਦੇ ਪਾਲਤੂ ਸਨ,
ਉਹਦੇ ਤੋਂ ਬਿਨਾਂ ਜਿਹੜੇ ਬਾਕੀ ਖੁੱਲੇ 'ਚ ਰਹਿਣ ਵਾਲੇ ਜਾਨਵਰ ਸਨ, ਉਹ ਤਾਂ ਇੱਕ ਦੋ ਦਿਨ ਪਹਿਲਾਂ ਹੀ ਕਹਿੰਦੇ ਉਹ ਜਗ੍ਹਾ ਤੋਂ ਕਿੰਨੀ ਦੂਰ ਅੱਗੇ ਲੰਘ ਚੁੱਕੇ ਸਨ ਜਿੱਥੋਂ ਤੱਕ ਪਾਣੀ ਦੀ ਪਹੁੰਚ ਹੀ ਨਹੀਂ ਸੀ ਜਾਣੀ। ਇਹ ਕੁਦਰਤ ਨੇ ਵੇਖੋ ਪਸ਼ੂਆਂ ਨੂੰ ਕਿੰਨੀ ਅਵੇਅਰਨੈਸ ਦਿੱਤੀ। ਉਹਨਾਂ ਨੂੰ ਵੀ ਆਪਣੀ ਜ਼ਿੰਦਗੀ ਦਾ ਮੋਹ ਹੈ ਤੇ ਮੌਤ ਦਾ ਤੌਖਲਾ ਹੈ। ਉਹ ਵੀ ਮੌਤ ਤੋਂ ਬਚਣ ਦੇ ਲਈ ਕਿੰਨੇ ਤਰ੍ਹਾਂ ਯਤਨ ਕਰਦੇ, ਕੋਸ਼ਿਸ਼ਾਂ ਕਰਦੇ ਹਨ। ਮਹਾਰਾਜ ਕਹਿੰਦੇ ਹੁਣ ਬੰਦੇ ਦੇ ਮਨ ਅੰਦਰ ਮੌਤ ਦਾ ਭੈ, ਮੌਤ ਦਾ ਡਰ ਤਾਂ ਹੁੰਦਾ ਹੈ, ਮਰਨਾ ਨਹੀਂ ਚਾਹੁੰਦਾ ਹੈ ਬੰਦਾ। ਕੌਣ ਹੱਸ ਕੇ ਮੌਤ ਨੂੰ ਗਲਵੱਕੜੀ 'ਚ ਲੈਂਦਾ ਹੈ। ਕਬੀਰ ਸਾਹਿਬ ਕਹਿੰਦੇ ਇਹ ਤੇ ਹੁਣ ਸਾਨੂੰ ਨਹੀਂ ਪਤਾ ਕਿ ਸਾਡਾ ਮਰਨਾ ਕਿੱਦਾਂ ਹੋਣਾ, ਅਖੀਰ ਕਿੱਦਾਂ ਹੋਣਾ, ਇਹ ਭਾਂਡਾ ਜਿਹੜਾ ਮਿੱਟੀ ਦਾ ਕਿਵੇਂ ਇਹਨੇ ਖੇਰੂ ਖੇਰੂ ਹੋਣਾ। ਪਰ ਇੱਕ ਗੱਲ ਜ਼ਰੂਰ ਹੈ ਕਿ ਮੌਤ ਦੁਖਦਾਈ ਨਾ ਹੋਵੇ, ਮੌਤ ਇੰਨੀ ਸੌਖੀ ਹੋਵੇ ਬੰਦਾ ਹੱਸ ਕੇ ਮੌਤ ਨੂੰ ਗਲੇ ਲਗਾ ਲਵੇ, ਉਹ ਚੀਜ਼ ਹੋ ਸਕਦੀ ਹੈ। ਸਰੀਰ ਨੂੰ ਤੇ ਭਾਵੇਂ ਕੋਈ ਕਸ਼ਟ ਵੀ ਦੇਵੇ, ਪਰ ਜਿਹੜੇ ਅੰਤਰ ਆਤਮਾ ਮਨ ਹੈ ਉਹ ਮੌਤ ਨੂੰ ਹੱਸ ਕੇ ਕਬੂਲ ਕਰਨ ਵਾਲਾ ਬਣ ਜਾਏ, ਉਹ ਖੇਡ ਕਬੀਰ ਜੀ ਕਹਿੰਦੇ ਬਣ ਸਕਦੀ ਹੈ। ਤੇ ਬਣ ਕਿੱਦਾਂ ਸਕਦੀ ਹੈ? ਜੇਕਰ ਸਾਹਿਬ ਮਨੋ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ। ਮਹਾਰਾਜ ਕਹਿੰਦੇ ਜੇ ਮਾਲਕ ਮਨ ਚੋਂ ਨਾ ਵਿਸਰੇ ਤੇ ਫਿਰ ਉਹ ਮੌਤ ਵੀ ਬੜੀ ਸੌਖੀ। ਜਿਵੇਂ ਹੁਣ ਮਰੇ ਤੇ ਹਨ ਉਹ ਵੀ ਸਾਰੇ ਗੁਰੂ ਕੇ ਪਿਆਰੇ ਜਿਨ੍ਹਾਂ ਨੂੰ ਆਪਾਂ ਰੋਜ਼ ਅਰਦਾਸ ਅੰਦਰ ਯਾਦ ਕਰਦੇ ਹਾਂ, ਸਿੰਘਾਂ ਸਿੰਘਣੀਆਂ ਸ਼ਹੀਦਾਂ ਮੁਰੀਦਾਂ ਨੂੰ ਜਿਨ੍ਹਾਂ ਨੇ ਸਿੱਖੀ ਸਿਦਕ ਨਿਭਾਉਂਦਿਆਂ ਹੋਇਆਂ ਤੇ ਸ਼ਹਾਦਤਾਂ ਦੇ ਜਾਮ ਪੀਤੇ ਨੇ। ਸਰੀਰ ਕਰਕੇ ਤੇ ਵੇਖੋ ਜੇ ਆਪਾਂ ਇੱਕ ਨਜ਼ਰੀਏ ਦੇ ਨਾਲ ਵੇਖੀਏ ਤੇ ਬੜੀ ਦੁਖਦਾਈ ਮੌਤ, ਬੰਦ ਕੱਟੇ ਜਾਣੇ, ਚਰਖੜੀਆਂ ਤੇ ਚਾੜਨਾ ਔਰ ਖੋਪਰ ਰੰਬੇ ਦੇ ਨਾਲ ਸਿਰ ਤੋਂ ਉਤਾਰ ਦੇਣਾ ਕੋਈ ਸੌਖੀ ਮੌਤ ਥੋੜ੍ਹਾ ਹੈ। ਔਰ ਦੀਵਾਰਾਂ 'ਚ ਚਿਣਨਾ, ਛੋਟੇ ਛੋਟੇ ਬੱਚਿਆਂ ਦੇ ਗਿੱਟਿਆਂ ਗੋਡਿਆਂ ਤੇ ਤੇਸੀਆਂ ਮਾਰਨੀਆਂ, ਆਰੇ ਦੇ ਨਾਲ ਚੀਰਨਾ, ਪਾਣੀ 'ਚ ਉਬਾਲਣਾ, ਰੂਹ ਸਰੀਰ ਤੇ ਬੰਨ੍ਹ ਕੇ ਸਾੜ ਦੇਣਾ, ਇਹ ਮੌਤ ਕੋਈ ਸੌਖੀ ਮੌਤ ਨਹੀਂ ਹੈ। ਪਰ ਮਰਨ ਵਾਲੇ ਨੂੰ ਬੜੀ ਸੌਖੀ ਲੱਗ ਰਹੀ। ਕਾਰਨ ਕੀ ਸੀ? ਉਹਦੀ ਮਾਨਸਿਕ ਅਵਸਥਾ ਇੱਦਾਂ ਦੀ ਬਣ ਚੁੱਕੀ ਸੀ ਕਿ ਹੁਣ ਉਹਨੂੰ ਦੁੱਖ ਲੱਗਦਾ ਹੀ ਨਹੀਂ ਹੈ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਕਬੀਰ ਸਾਹਿਬ 180 ਨੰਬਰ ਸ਼ਲੋਕ 'ਚ ਫਰਮਾਨ ਕਰਦੇ ਨੇ, ਜੈ ਅਨਭਉ ਤੈ ਭੈ ਨਹੀਂ, ਜੈ ਭਉ ਤੈ ਹਰ ਨਾਹੀਂ। ਹੁਣ ਇੱਕ ਭੈ ਮੌਤ ਦਾ ਭੈ ਔਰ ਸੰਸਾਰ ਦੇ ਕਈ ਪ੍ਰਕਾਰ ਦੇ ਡਰ ਕਈ ਪ੍ਰਕਾਰ ਦਾ ਹੈ। ਮੌਤ ਦਾ ਡਰ, ਦੁੱਖ ਦਾ ਡਰ, ਬਿਮਾਰੀ ਦਾ ਡਰ, ਔਰ ਇੱਕ ਅਸੀਂ ਆਪਣੇ ਤੋਂ ਵੱਡਿਆਂ ਤੋਂ ਵੀ ਡਰਦੇ ਹਾਂ। ਐਜ ਏ ਰਿਸਪੈਕਟ ਉਹਨਾਂ ਦਾ ਡਰ ਅਸੀਂ ਆਪਣੇ ਮਨ 'ਚ ਰੱਖਦੇ ਹਾਂ। ਹੁਣ ਰੱਬ ਦਾ ਜਿਹੜਾ ਡਰ ਹੈ ਉਹ ਕੀ ਹੈ? ਇੱਕ ਰਿਸਪੈਕਟ ਹੈ। ਮਾਤਾ ਪਿਤਾ ਦਾ ਡਰ ਕੀ ਹੈ? ਇੱਕ ਰਿਸਪੈਕਟ, ਇੱਜ਼ਤ ਹੈ। ਬੱਚੇ ਵੱਡੇ ਵੀ ਹੋ ਜਾਂਦੇ ਹਨ ਫਿਰ ਵੀ ਪਿਤਾ ਕੁਝ ਝਿੜਕਦਾ ਹੈ ਤੇ ਐਨ ਭਾਵੇਂ ਉਹ ਆਪ ਬੱਚਿਆਂ ਵਾਲੇ ਬਣ ਗਏ ਹੁਣ ਫਿਰ ਵੀ ਉਹ ਚੁੱਪ। ਇੱਕ ਰਿਸਪੈਕਟ ਹੈ, ਇੱਕ ਇੱਜ਼ਤ ਹੈ। ਹੁਣ ਇੱਕ ਤੇ ਇਹ ਕਈ ਤਰ੍ਹਾਂ ਪਰਮਾਤਮਾ ਦਾ ਡਰ ਭੈ ਭਾਵਨੀ ਹੋ ਗਈ। ਇੱਕ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਮਨੁੱਖ ਜੇ ਤੇ ਅਨਭਉ ਵਾਲੀ ਬਿਰਤੀ ਵਾਲਾ ਬਣ ਜਾਏ, ਰੱਬੀ ਡਰ ਰੱਬੀ ਭੈ ਉਹਦੇ ਮਨ 'ਚ ਬਣ ਜਾਏ ਤੇ ਜਿਹਦੇ ਮਨ 'ਚ ਪਰਮੇਸ਼ਰ ਦਾ ਡਰ ਬਣਦਾ ਹੈ। ਬਾਣੀ 'ਚ ਲਗਾਤਾਰ ਗੁਰੂ ਨੇ ਇਹ ਚੀਜ਼ਾਂ ਸਤਿਗੁਰੂ ਨੇ ਸਾਨੂੰ ਸਮਝਾਈਆਂ ਨੇ ਕਿ ਉਹ ਬੰਦਾ ਬੜੇ ਨੇਕ ਕਰਮਾਂ ਵਾਲਾ ਬਣਦਾ ਹੈ, ਕਿਉਂਕਿ ਉਹਨੂੰ ਸਮਝ ਪੈ ਗਈ ਜਿਹਾ ਬੀਜੈ ਸੋ ਲੁਣੈ ਕਰਮਾ ਸੰਧੜਾ ਖੇਤ। ਉਹਨੂੰ ਸਮਝ ਲੱਗ ਗਈ ਕਿ ਮੈਂ ਆਪਣੇ ਕਰਮਾਂ ਦਾ ਬਲੇਮ ਕਿਸੇ ਦੂਜੇ ਨੂੰ ਨਹੀਂ ਕਰ ਸਕਦਾ ਹਾਂ। ਜੋ ਮੈਂ ਕਰਾਂਗਾ ਉਹਦੀ ਜ਼ਿੰਮੇਵਾਰੀ ਮੈਨੂੰ ਲੈਣੀ ਪਏਗੀ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨ। ਫਿਰ ਉਹ ਬੰਦਾ ਐਨ ਅਵੇਅਰ ਹੋ ਕੇ ਕਰਮ ਕਰਦਾ ਹੈ, ਰੱਬ ਦੀ ਭੈ ਭਾਵਨੀ ਮਨ 'ਚ ਰੱਖ ਕੇ ਕਰਮ ਕਰਦਾ ਹੈ ਕਿ ਪ੍ਰਮਾਤਮਾ ਅਕਾਲ ਪੁਰਖ ਹਰ ਜਗ੍ਹਾ 'ਤੇ ਮੈਨੂੰ ਵੇਂਹਦਾ ਪਿਆ ਹੈ, ਮੈਂ ਕਿੱਥੋਂ ਲੁਕਾ ਲਵਾਂਗਾ ਉਹਦੇ ਤੋਂ, ਕਿਉਂਕਿ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ। ਉਹ ਹਰ ਇੱਕ ਦੀ, ਹਰ ਘਟ ਦੀ ਅੰਦਰ ਦੀ ਜਾਣਨ ਵਾਲਾ ਹੈ। ਹੁਣ ਅੰਦਰ ਵਾਹਿਗੁਰੂ ਦੀ ਅਕਾਲ ਪੁਰਖ ਦੀ ਭੈ ਭਾਵਨੀ ਬਣ ਗਈ, ਮਨ 'ਚ ਰੱਬ ਦਾ ਡਰ ਬਣ ਗਿਆ। ਮਨੁੱਖ ਹੁਣ ਕਰਮ ਕਰਦਾ ਹੈ ਬੜੇ ਨੇਕ, ਬੜੇ ਉੱਤਮ। ਤੇ ਹੁਣ ਜਦੋਂ ਬੜੇ ਉੱਤਮ ਤੇ ਨੇਕ ਕਰਮ ਇਹ ਕਰ ਰਿਹਾ ਹੈ, ਫਿਰ ਇਹਦੇ ਮਨ 'ਚ ਸੰਸਾਰ ਅੰਦਰ, ਪਰਿਵਾਰ ਅੰਦਰ, ਸਮਾਜ ਅੰਦਰ, ਕਿਰਤ ਕਾਰੋਬਾਰ ਕਾਰ ਵਿਹਾਰ ਅੰਦਰ ਵਿਚਰਦਿਆਂ ਡਰ ਕੋਈ ਨਹੀਂ ਹੈ, ਕਿਉਂਕਿ ਇਹਨੇ ਇੱਦਾਂ ਦਾ ਕਰਮ ਹੀ ਕੋਈ ਨਹੀਂ ਕੀਤਾ ਹੈ ਜਿਸ ਕਰਮ ਕਰਕੇ ਇਹਨੂੰ ਡਰ ਨਾ ਪਵੇ, ਕਿਸੇ ਤੋਂ ਮੂੰਹ ਲੁਕਾਉਣਾ ਪਵੇ।
ਕਿਸੇ ਦਾ ਭੈ, ਕਿਸੇ ਦਾ ਖੌਫ ਹੋਵੇ। ਮਹਾਰਾਜ ਕਹਿੰਦੇ ਡਰਦਾ ਕੌਣ ਹੈ? ਸੋ ਡਰੈ ਜੇ ਪਾਪ ਕਮਾਵੰਦਾ ਧਰਮੀ ਵਿਗਸੇਤ। ਪਾਪੀ ਡਰਦਾ ਹੈ, ਧਰਮੀ ਬੰਦਾ ਨਹੀਂ ਡਰਦਾ, ਕਿਉਂਕਿ ਉਹਦੇ ਕਰਮ ਡਰ ਪੈਦਾ ਕਰਨ ਵਾਲੇ ਕਰਮ ਨਹੀਂ ਹਨ। ਪਾਪੀ ਦੇ ਕਰਮ ਡਰ ਪੈਦਾ ਕਰਨ ਵਾਲੇ ਕਰਮ ਹਨ। ਉਹ ਗੁਨਾਹ ਕਰਕੇ ਡਰਦਾ। ਕ੍ਰਿਮੀਨਲ ਬੰਦਾ ਕ੍ਰਾਈਮ ਕਰਕੇ ਡਰੇਗਾ, ਆਪਣੇ ਗੁਨਾਹ ਕਰਕੇ। ਤੇ ਕਬੀਰ ਸਾਹਿਬ ਕਹਿੰਦੇ ਜੈ ਅਨੁਭਵ ਤੈ ਭੈ ਨਹੀਂ। ਜਿੱਥੇ ਰੱਬ ਦਾ ਡਰ ਹੈ, ਅਨੁਭਵੀ ਗਿਆਨ ਸਦਕਾ ਪਰਮੇਸ਼ਰ ਦਾ ਡਰ ਮਨ 'ਚ ਪੈਦਾ ਹੋ ਗਿਆ, ਜੀਵਨ ਦੇ ਕਰਮ ਬਹੁਤ ਉੱਤਮ, ਬਹੁਤ ਨੇਕ ਬਣ ਗਏ। ਹੁਣ ਸੰਸਾਰ ਦਾ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਹੈ, ਕੋਈ ਡਰ ਨਹੀਂ। ਪਰ ਜੈ ਭਉ ਤੈ ਹਰ ਨਾਹੀਂ। ਤੇ ਜੇ ਬੰਦਾ ਡਰ ਡਰ ਕੇ ਜਿਉਂਦਾ ਪਿਆ ਹੈ, ਡਰ ਰਿਹਾ ਹੈ, ਤੇ ਜਿਹਦੇ ਹਿਰਦੇ 'ਚ ਡਰ ਹੀ ਡਰ ਭਰਿਆ ਪਿਆ ਹੈ, ਸਮਝੋ ਉਹ ਬੰਦਾ ਫਿਰ ਰੱਬ ਤੋਂ ਟੁੱਟਿਆ ਜੇ। ਤੇ ਜਿਹੜਾ ਰੱਬ ਤੋਂ ਟੁੱਟਿਆ ਹੈ, ਉਹ ਸਮਝੋ ਨੇਕ ਕਰਮਾਂ ਦੀ ਮਰਿਆਦਾ ਤੋਂ ਟੁੱਟਿਆ ਪਿਆ ਹੈ। ਜਿਵੇਂ ਪਿੱਛੇ ਵੀ ਇੱਕ ਦਿਨ ਆਪਾਂ ਗੁਰੂ ਕਾ ਇੱਕ ਬਚਨ ਵਿਚਾਰਿਆ ਸੀ। ਮਹਾਰਾਜ ਕਹਿੰਦੇ ਉਹ ਅਬਿਨਾਸ਼ੀ ਰਾਇਆ ਨਿਰਭਉ ਸੰਗ ਤੁਮਾਰੇ ਬਸਤਾ। ਇਹ ਡਰਨ ਕਹਾਂ ਤੇ ਆਇਆ। ਕਦੇ ਵਿਚਾਰ ਤਾਂ ਸਹੀ ਕਿ ਨਿਰਭਉ ਰੱਬ ਤਾਂ ਮੇਰੇ ਨਾਲ ਹੈ, ਔਰ ਨਿਰਭਉ ਜਪੈ ਸਗਲ ਭਉ ਮਿਟੈ। ਨਿਰਭਉ ਨੂੰ ਜਪ ਕੇ ਜੀਵਨ ਚੋਂ ਭਉ ਡਰ ਖਤਮ ਹੁੰਦੇ ਨੇ। ਮੈਂ ਫਿਰ ਵੀ ਡਰ ਰਿਹਾ ਹਾਂ, ਤੇ ਇਹ ਡਰ ਦਾ ਕਾਰਨ ਕੀ ਹੈ? ਇਹ ਡਰਨ ਕਹਾਂ ਤੇ ਆਇਆ? ਮਹਾਰਾਜ ਕਹਿੰਦੇ ਤੇਰੇ ਅੰਦਰ ਜਿਹੜਾ ਡਰ ਹੈ, ਤੂੰ ਵਿਚਾਰ ਕੇ ਉਹ ਡਰ ਕਿੱਥੋਂ ਪੈਦਾ ਹੋਇਆ, ਡਰ ਕਿੱਥੋਂ ਆਇਆ। ਤੇ ਫਿਰ ਜਦੋਂ ਬੰਦਾ ਵਿਚਾਰੇਗਾ ਤੇ ਫਿਰ ਪਤਾ ਲੱਗੇਗਾ ਮੇਰੇ ਮਾੜੇ ਕਰਮਾਂ 'ਚੋਂ ਡਰ ਪੈਦਾ ਹੋਇਆ ਹੈ। ਮੈਂ ਗੁਨਾਹ ਕੀਤਾ, ਉਸ ਗੁਨਾਹ ਕਰਕੇ ਮੇਰੇ ਮਨ ਅੰਦਰ ਭੈ ਬਣਿਆ ਹੋਇਆ ਹੈ ਕਿ ਕਿਧਰੇ ਮੇਰਾ ਗੁਨਾਹ ਜਗ ਜ਼ਾਹਰ ਨਾ ਹੋ ਜਾਵੇ, ਕਿਧਰੇ ਗੁਨਾਹ ਦੀ ਹੁਣ ਸਜ਼ਾ ਨਾ ਭੋਗਣੀ ਪੈ ਜਾਵੇ, ਕਿਧਰੇ ਗੁਨਾਹ ਕਰਕੇ ਕੁਝ ਹੋਰ ਨਾ ਮੇਰੇ ਨਾਲ ਭਾਣਾ ਵਰਤ ਜਾਏ। ਇਸ ਕਰਕੇ ਬੰਦਾ ਡਰ ਰਿਹਾ। ਤੇ ਇਹਦਾ ਮਤਲਬ ਉਹਦੇ ਕਰਮ ਚੰਗੇ ਨਹੀਂ, ਰੱਬ ਤੋਂ ਟੁੱਟਿਆ ਪਿਆ ਹੈ, ਮਾੜੇ ਕਰਮ ਕਮਾ ਰਿਹਾ ਹੈ। ਕਬੀਰ ਸਾਹਿਬ ਕਹਿੰਦੇ ਜਿੱਥੇ ਰੱਬ ਦਾ ਡਰ, ਉੱਥੇ ਕੋਈ ਸੰਸਾਰ ਦਾ ਡਰ ਨਹੀਂ। ਤੇ ਜਿੱਥੇ ਸੰਸਾਰ ਦਾ ਡਰ ਹੀ ਡਰ ਬੰਦੇ ਦੇ ਮਨ 'ਚ ਬਣਿਆ ਹੈ, ਸਮਝੋ ਤੈਂ ਹਰ ਨਾਹੀਂ, ਉੱਥੇ ਪਰਮਾਤਮਾ ਨਹੀਂ, ਉੱਥੇ ਰੱਬ ਦਾ ਡਰ ਨਹੀਂ। ਕਹਿਓ ਕਬੀਰ ਵਿਚਾਰਕ ਹੈ ਸੰਤ ਸੁਣੋ ਮਨ ਮਾਹੇ। ਕਬੀਰ ਸਾਹਿਬ ਕਹਿੰਦੇ ਇਹ ਸੰਤ ਜਨੋ, ਗੁਰਮੁਖ ਜਨੋ, ਇਹ ਗੱਲ ਅਸੀਂ ਬੜੀ ਸੋਚ ਕੇ, ਬੜੀ ਵਿਚਾਰ ਕੇ, ਬੜੇ ਤਜਰਬੇ 'ਚੋਂ ਤੁਹਾਨੂੰ ਕਹਿ ਰਹੇ ਹਾਂ ਕਿ ਜੇ ਹਿਰਦੇ 'ਚ ਰੱਬ ਦਾ ਡਰ ਹੋਏਗਾ, ਸੰਸਾਰ ਦਾ ਡਰ ਨਹੀਂ ਜੇ। ਤੇ ਜਿਹੜਾ ਸੰਸਾਰ ਤੋਂ ਡਰ ਰਿਹਾ ਹੈ, ਸਮਝੋ ਰੱਬ ਤੋਂ ਟੁੱਟਿਆ, ਪਰਮਾਤਮਾ ਤੋਂ ਟੁੱਟਿਆ। ਸੋ ਇਸ ਸ਼ਲੋਕ ਤੋਂ ਪ੍ਰੇਰਣਾ ਸਾਨੂੰ ਇਹ ਹੈ ਕਿ ਅੰਦਰ ਰੱਬ ਦੀ ਭੈ ਭਾਵਨੀ ਅਕਾਲ ਪੁਰਖ ਵਾਹਿਗੁਰੂ ਦੀ ਮਨ 'ਚ ਬਣਾ ਕੇ ਸੱਚੇ ਮਾਰਗ ਤੇ ਚੱਲਣਾ ਹੈ, ਤਾਂ ਕਿ ਨਿਡਰ ਜੀਵਨ, ਨਿਰਭੈ ਜੀਵਨ ਬਣੇ। ਅਗਲੇ ਸ਼ਲੋਕ 'ਚ ਆਪ ਫਰਮਾਨ ਕਰਦੇ ਹਨ, ਕਬੀਰ ਜਿਨਹੁ ਕਿਛ ਜਾਣਿਆ ਨਹੀਂ, ਤਿਨ ਸੁਖ ਨੀਂਦ ਬਿਹਾਏ। ਹੁਣ ਸਾਡੇ ਜੀਵਨ ਦਾ ਮਨੋਰਥ ਕੀ ਹੈ, ਮਕਸਦ ਕੀ ਹੈ? ਜਿਨ੍ਹਾਂ ਨੇ ਉਸ ਮਕਸਦ ਨੂੰ ਸਮਝ ਲਿਆ, ਸਮਝਣ ਤੋਂ ਬਾਅਦ ਉਸ ਚੀਜ਼ ਨੂੰ ਗੰਭੀਰਤਾ 'ਚ ਲਿਆ ਕਿ ਮੇਰੇ ਜੀਵਨ ਦਾ ਟਾਰਗੇਟ ਕੀ ਹੈ, ਮਕਸਦ ਕੀ ਹੈ, ਉਹ ਮਨੁੱਖ ਫਿਰ ਆਪਣੇ ਜੀਵਨ ਦੇ ਮਕਸਦ ਨੂੰ, ਟਾਰਗੇਟ ਨੂੰ ਹਾਸਲ ਕਰਨ ਦੇ ਲਈ ਬੇਚੈਨ ਹੋ ਜਾਂਦਾ ਹੈ ਕਿ ਜਿੰਨੀ ਦੇਰ ਮੈਂ ਉਹ ਮਕਸਦ ਨੂੰ ਹਾਸਲ ਨਾ ਕਰ ਲਿਆ, ਮੈਂ ਉਨੀ ਦੇਰ ਬਹਿਣਾ ਨਹੀਂ ਹੈ। ਜਿਹਨੇ ਮਨੋਰਥ ਨੂੰ ਸਮਝ ਲਿਆ ਤੇ ਉਸ ਮਨੋਰਥ ਨੂੰ, ਉਸ ਚੀਜ਼ ਨੂੰ ਗੰਭੀਰਤਾ 'ਚ ਲਿਆ। ਹੁਣ ਜਿਵੇਂ ਬੱਚੇ ਹਨ, ਪੜ੍ਹਦੇ ਹਨ, ਔਰ ਫਿਰ ਐਗਜ਼ਾਮ ਦੇ ਪੇਪਰਾਂ ਦੇ ਦਿਨ ਨਿਸ਼ਚਿਤ ਹੋ ਜਾਂਦੇ ਹਨ। ਹੁਣ ਉਦੋਂ ਬਾਅਦ ਅਸੀਂ ਵੀ ਕਹਿੰਦੇ ਬੱਚਿਆਂ ਨੂੰ ਕਿ ਹੁਣ ਵੇਖੋ ਤੁਹਾਡੇ ਪ੍ਰੀਖਿਆ ਦੇ ਦਿਨ ਨੇੜੇ ਆ ਚੁੱਕੇ ਨੇ, ਠੀਕ ਹੈ ਪਹਿਲਾਂ ਤੇ ਜਿਵੇਂ ਚੱਲ ਰਿਹਾ ਸੀ, ਪਰ ਹੁਣ ਜ਼ਿਆਦਾ ਮਿਹਨਤ ਕਰੋ ਤਾਂ ਕਿ ਪ੍ਰੀਖਿਆ ਹੈ, ਵਧੀਆ ਤਰੀਕੇ ਦੇ ਨਾਲ ਪ੍ਰੀਖਿਆ ਤੁਸੀਂ ਦੇ ਸਕੋ, ਵਧੀਆ ਤਰੀਕੇ ਦੇ ਨਾਲ ਪ੍ਰੀਖਿਆ ਦੇ ਸਕੋ। ਹੁਣ ਪਤਾ ਲੱਗ ਗਿਆ ਕਿ ਸਾਡਾ ਟਾਰਗੇਟ ਕੀ ਹੈ, ਬੱਚੇ ਨੂੰ ਪਤਾ ਲੱਗ ਗਿਆ, ਜਾਂ ਕਿਸੇ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਟੈਸਟ ਦੇਣਾ ਹੈ, ਜਾਂ ਕਿਸੇ ਖਿਡਾਰੀ ਦੇ ਲਈ ਕੋਈ ਸਪੈਸ਼ਲ ਮੈਚ ਹੈ, ਪਤਾ ਲੱਗ ਗਿਆ ਕਿ ਹੁਣ ਆਹ ਮੇਰਾ ਟਾਰਗੇਟ ਹੈ, ਇਹਨੂੰ ਮੈਂ ਹਾਸਲ ਕਰਨਾ, ਸਕਸੈਸ ਹੋਣਾ ਹੈ। ਹੁਣ ਟਾਰਗੇਟ ਪਤਾ ਲੱਗ ਗਿਆ। ਉੱਥੇ ਵੀ ਕੁਝ ਲੋਕ ਚੀਜ਼ਾਂ ਬੱਚੇ ਗੰਭੀਰਤਾ 'ਚ ਕਈ ਲੈਂਦੇ ਨੇ, ਦਿਨ ਰਾਤ ਮਿਹਨਤ ਕਰਦੇ ਹਨ, ਕਈ ਨਹੀਂ ਮਿਹਨਤ ਕਰਦੇ ਹਨ। ਉਹ ਫਿਰ ਇੱਦਾਂ ਹੀ ਸਮਾਂ ਆ ਜਾਂਦਾ, ਕਰਦੇ ਕੁਝ ਵੀ ਨਹੀਂ, ਤੇ ਅਖੀਰ ਜਾਂ ਤੇ ਦੂਜਿਆਂ ਤੇ ਬਲੇਮ, ਜਾਂ ਫਿਰ ਬੈਠੇ ਝੂਰਦੇ ਰਹਿੰਦੇ ਹਨ।
ਤੇ ਜਿਨ੍ਹਾਂ ਨੂੰ ਪਤਾ ਲੱਗ ਗਿਆ ਕਿ ਮੈਂ ਆਹ ਟਾਰਗੇਟ ਹਾਸਲ ਕਰਨਾ ਹੈ, ਉਹ ਫਿਰ ਵੇਖੋ ਦਿਨ ਰਾਤ ਬੱਚੇ ਮਿਹਨਤ ਕਰਦੇ ਹਨ, ਦਿਨ ਰਾਤ ਉਹ ਖਿਡਾਰੀ ਮਿਹਨਤ ਕਰਦਾ ਹੈ ਕਿ ਮੈਂ ਇਸ ਚੀਜ਼ ਨੂੰ ਹਾਸਲ ਕਰਨਾ ਹੀ ਕਰਨਾ ਹੈ, ਭਾਵੇਂ ਜੋ ਮਰਜ਼ੀ ਹੋ ਜਾਵੇ, ਜਿੰਨੀ ਮਰਜ਼ੀ ਮੁਸ਼ੱਕਤ ਕਰਨੀ ਪਵੇ, ਜਿੰਨਾ ਮਰਜ਼ੀ ਅਭਿਆਸ ਪ੍ਰੈਕਟਿਸ ਕਰਨੀ ਪਵੇ, ਪਰ ਮੈਂ ਇਸ ਮਕਸਦ ਨੂੰ ਹਾਸਲ ਕਰਨਾ ਹੀ ਕਰਨਾ ਹੈ। ਹੁਣ ਉਹਦੇ ਲਈ ਉਹ ਚੀਜ਼ ਇੱਕ ਜਨੂਨ ਬਣ ਗਈ ਕਿ ਇਹ ਮੈਂ ਹਾਸਲ ਕਰਕੇ ਹੀ ਰਹਿਣਾ ਹੈ। ਕਬੀਰ ਸਾਹਿਬ ਕਹਿੰਦੇ ਜਿਨ੍ਹਾਂ ਨੂੰ ਤੇ ਪਤਾ ਨਹੀਂ ਸੀ ਕਿ ਸਾਡੀ ਜ਼ਿੰਦਗੀ ਦਾ ਮਨੋਰਥ ਕੀ ਆ, ਉਹ ਤੇ ਬੈਠੇ ਕੋਈ ਪਤਾ ਨਹੀਂ, ਖਾਓ ਪੀਓ ਮੌਜਾਂ ਮਾਣੋ, ਇਹ ਜੱਗ ਮਿੱਠਾ ਅਗਲਾ ਕਿਨੇ ਡਿੱਠਾ, ਉਹ ਆਪਣੀ ਐਸ਼ ਪ੍ਰਸਤੀ 'ਚ ਲੱਗੇ ਹੋਏ ਨੇ ਔਰ ਉਹਨਾਂ ਨੂੰ ਕੋਈ ਪਰਵਾਹ ਨਹੀਂ। ਤਿੰਨ ਸੁਖ ਨੀਂਦ ਵਿਹਾਏ, ਉਹ ਤੇ ਆਪਣੇ ਵੱਲੋਂ ਸੰਸਾਰ ਦੇ ਪਦਾਰਥਾਂ ਰਸਾਂ ਦੇ ਭੋਗ ਭੋਗਦੇ ਪਏ ਨੇ ਤੇ ਸੋਚਦੇ ਪਏ ਨੇ ਅਸੀਂ ਬੜੇ ਸੁਖੀ ਹਾਂ। ਪਰ ਕਬੀਰ ਸਾਹਿਬ ਕਹਿੰਦੇ ਸਾਨੂੰ ਪਤਾ ਲੱਗ ਗਿਆ ਜੀਵਨ ਦਾ ਮਨੋਰਥ ਬਸ ਖਾਣਾ ਪੀਣਾ ਭੋਗਣਾ ਹੀ ਨਹੀਂ ਹੈ। ਜੀਵਨ ਦਾ ਮਨੋਰਥ ਬਸ ਇਹ ਨਹੀਂ ਕਿ ਦਿਨੇ ਕਾਰੋਬਾਰ ਕਰੋ ਤੇ ਰਾਤੀ ਸੌਂ ਜਾਓ ਤੇ ਫਿਰ ਸਵੇਰੇ ਉੱਠੋ ਤੇ ਉਹ ਬਸ ਲਗਾਤਾਰ ਉਹੀ ਚੀਜ਼ ਕਰਦੇ ਰਹੋ। ਜੀਵਨ ਦਾ ਮਕਸਦ ਤਾਂ ਕੁਝ ਹੋਰ ਹੈ। ਹੁਣ ਕਹਿੰਦੇ ਜੀਵਨ ਦਾ ਮਨੋਰਥ ਪਤਾ ਲੱਗ ਗਿਆ, ਹੁਣ ਉਹ ਮਨੋਰਥ ਨੂੰ ਹਾਸਲ ਕਰਨਾ ਇੱਕ ਜਨੂਨ ਬਣ ਗਿਆ ਕਿ ਇਹ ਜਿਹੜਾ ਮਨੋਰਥ ਹੈ ਜ਼ਿੰਦਗੀ ਦਾ, ਉਹਨੂੰ ਹਾਸਲ ਕਰਨਾ ਹੀ ਕਰਨਾ ਹੈ। ਤੇ ਕਹਿੰਦੇ ਉਸ ਚੀਜ਼ ਨੂੰ ਹਾਸਲ ਕਰਨ ਦੇ ਲਈ ਹੁਣ ਅਸੀਂ ਦਿਨ ਰਾਤ ਯਤਨ ਕਰ ਰਹੇ। ਤੇ ਕਬੀਰ ਸਾਹਿਬ ਕਹਿੰਦੇ ਜਿਨਹੁ ਕਿਛ ਜਾਣਿਆ ਨਹੀਂ ਤਿੰਨ ਸੁਖ ਨੀਂਦ ਬਿਹਾਏ, ਹਮੋ ਜੇ ਬੂਝਾ ਬੂਝਣਾ ਪੂਰੀ ਪਰੀ ਬੁਲਾਏ। ਇਹ ਤੇ ਸਮਝੋ ਸਾਡੇ ਸਿਰ ਬੜਾ ਹੀ ਪੈ ਗਈ, ਭਾਵ ਇਹ ਚੀਜ਼ ਹੁਣ ਸਾਡਾ ਜਨੂਨ ਹੀ ਬਣ ਗਿਆ ਹੈ ਕਿ ਇਹ ਚੀਜ਼ ਜੀਵਨ ਦਾ ਮਨੋਰਥ ਹੈ ਤੇ ਇਸ ਮਨੋਰਥ ਨੂੰ ਹਾਸਲ ਕਰਨਾ ਹੀ ਕਰਨਾ ਹੈ। ਤੇ ਜਦੋਂ ਉਹਨਾਂ ਨੇ ਫਿਰ ਇੱਦਾਂ ਦਾ ਜਨੂਨ ਹੀ ਆਪਣਾ ਬਣਾ ਲਿਆ, ਲਗਾਤਾਰ ਦਿਨ ਰਾਤੀ ਆਰਾਧੀ ਪਿਆਰੇ ਨਿਮਖ ਨਾ ਕੀਜੈ ਢੀਲਾ, ਤੇ ਉਹ ਨਿਰੰਤਰ ਮਿਹਨਤ ਉਦਮ ਤੇ ਯਤਨਾਂ ਸਦਕਾ ਹੀ ਫਿਰ ਉਹ ਉਸ ਮੰਜ਼ਿਲ ਤੇ ਪਹੁੰਚੇ ਸਨ ਜਿਹਦੇ ਬਾਰੇ ਉਹ ਕਹਿੰਦੇ ਰਾਮ ਕਬੀਰਾ ਏਕ ਭਇਓ ਹੈ ਕੋਈ ਨਾ ਸਕੈ ਪਛਾਨੀ। ਇਹ ਨਹੀਂ ਕਿ ਕਬਹੂ ਸਾਧ ਸੰਗਤ ਤੇ ਪਾਵੈ ਉਸ ਸਥਾਨ ਤੇ ਬੋਰ ਨਾ ਆਵੈ। ਇੱਕ ਦਿਨ ਕਿਤਾਬ ਖੋਲੀ ਤੇ 15 ਦਿਨ ਵੇਖੀ ਨਾ ਕਿੱਥੇ ਪਈ ਹੈ, 15 ਦਿਨ ਪੜ੍ਹਨਾ ਹੈ ਤੇ ਹੁਣ ਕਿਤਾਬ ਹੀ ਨਹੀਂ ਲੱਭ ਰਹੀ ਹੈ ਤੇ ਪੜ੍ਹੇਗਾ ਕੀ। ਇੱਦਾਂ ਨਹੀਂ ਫਿਰ ਸਫਲਤਾ ਪ੍ਰਾਪਤ ਹੁੰਦੀ। ਜੇ ਸਫਲਤਾ ਹਾਸਲ ਕਰਨੀ ਹੈ ਫਿਰ ਤਾਂ ਦਿਨ ਰਾਤ ਉਸ ਚੀਜ਼ ਨੂੰ ਜਨੂਨ ਬਣਾਉਣਾ ਪੈਂਦਾ ਹੈ। ਜੋ ਚੀਜ਼ ਕਬੀਰ ਕਹਿ ਰਹੇ ਹਨ, ਕਬੀਰ ਸਾਹਿਬ ਕਹਿੰਦੇ ਉਹ ਇਬਾਦਤ ਸਾਡੇ ਲਈ ਜਨੂਨ, ਸਾਡੀ ਰੂਹ ਦੀ ਆਤਮਾ ਦੀ ਖੁਰਾਕ ਬਣ ਗਿਆ, ਜਿਹਨੂੰ ਹਜੂਰ ਵੀ ਕਹਿੰਦੇ ਹਨ ਕਿ ਆਖਾਂ ਜੀਵਾਂ ਵਿਸਰੇ ਮਰ ਜਾਉ, ਆਖਣ ਔਖਾ ਸਾਚਾ ਨਾਮ, ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀਵੈ ਹਰਿਆ। ਕਬੀਰ ਸਾਹਿਬ ਕਹਿੰਦੇ ਇਸੇ ਸਦਕਾ ਫਿਰ ਦਾਤੇ ਦੀ ਰਹਿਮਤ ਵਰਤੀ, ਯਤਨ ਅਸੀਂ ਕੀਤਾ ਤੇ ਉਹ ਰਾਮ ਕਬੀਰਾ ਏਕ ਅਬ ਤੋਂ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ ਵਾਲੀ ਅਵਸਥਾ ਬਣ ਗਈ। ਅਗਲੇ ਸ਼ਲੋਕ 'ਚ ਕਬੀਰ ਸਾਹਿਬ ਫਰਮਾਨ ਕਰਦੇ ਹਨ, ਕਬੀਰ ਮਾਰੇ ਬਹੁਤ ਪੁਕਾਰਿਆ ਪੀਰ ਪੁਕਾਰੈ ਔਰ। ਕਬੀਰ ਸਾਹਿਬ ਕਹਿੰਦੇ ਜਿਵੇਂ ਬਾਹਰੀ ਤੌਰ ਤੇ ਕਿਸੇ ਨੂੰ ਕੋਈ ਸੱਟ ਕੋਈ ਚੋਟ ਆਦਿਕ ਲੱਗਦੀ ਹੈ ਤੇ ਬੰਦਾ ਤੜਪ ਉੱਠਦਾ ਹੈ, ਬੜਾ ਪੁਕਾਰਦਾ ਹੈ। ਕਈ ਵਾਰ ਪੀੜ ਇੰਨੀ ਡਾਢੀ ਹੁੰਦੀ ਹੈ ਕਿ ਬਰਦਾਸ਼ਤ ਕਰਨੀ ਵੀ ਔਖੀ ਹੁੰਦੀ ਹੈ, ਬੰਦਾ ਕੁਰਲਾਉਂਦਾ ਹੈ, ਦੁਖੀ ਹੁੰਦਾ ਹੈ, ਕੋਈ ਬਿਮਾਰੀ ਕੋਈ ਰੋਗ ਇਸ ਤਰ੍ਹਾਂ ਦਾ ਹੈ, ਦਰਦਾਂ ਹਨ ਤੇ ਬੰਦਾ ਉਹ ਦਰਦ ਨੂੰ ਪੀੜ ਨੂੰ ਸਹਾਰਨਾ ਵੇਖੋ ਬੜਾ ਔਖਾ। ਸਧਾਰਨ ਸਾਡੇ ਮੱਥੇ ਤੇ ਸਿਰ 'ਚ ਜਾਂ ਸਰੀਰ ਦੇ ਕਿਸੇ ਵੀ ਅੰਗ ਤੇ ਕੁਝ ਹਲਕੀ ਵੀ ਦਰਦ ਹੋ ਰਹੀ ਹੋਵੇ ਤੇ ਅਸੀਂ ਬੇਚੈਨ ਹੋ ਜਾਂਦੇ ਹਾਂ, ਕੋਸ਼ਿਸ਼ ਕਰਦੇ ਹਾਂ ਕੋਈ ਨਾ ਕੋਈ ਗੋਲੀ ਦਵਾ ਦਾਰੂ ਲਈਏ ਤੇ ਪੀੜ ਤੋਂ ਮੁਕਤੀ ਮਿਲੇ। ਹੁਣ ਕਬੀਰ ਸਾਹਿਬ ਕਹਿੰਦੇ ਲੋਕ ਵੀ ਪੀੜ ਕਰਕੇ ਤੜਫਦੇ ਨੇ ਤੇ ਜਿਹੜੇ ਰੱਬੀ ਪਿਆਰੇ ਨੇ ਸੰਤ ਭਗਤ ਨੇ ਉਹ ਵੀ ਪੀੜ ਜਦੋਂ ਹੁੰਦੀ ਹੈ ਤੇ ਕੁਰਲਾ ਉੱਠਦੇ ਤੜਪ ਉੱਠਦੇ ਨੇ। ਪਰ ਪੀੜ ਦੇ ਵਿੱਚ ਫਰਕ ਹੈ। ਸੰਸਾਰੀ ਲੋਕਾਂ ਨੂੰ ਦਰਦ ਦਿੰਦੀ ਹੈ, ਦੁੱਖ ਦਿੰਦੀ ਹੈ ਸੰਸਾਰ ਦੀ ਕੋਈ ਨਾ ਕੋਈ ਪੀੜ, ਕੋਈ ਨਾ ਕੋਈ ਚੀਜ਼, ਪਰ ਪੀਰ ਪੁਕਾਰੈ ਔਰ ਜਿਹੜੇ ਪਰਮਾਤਮਾ ਦੇ ਪਿਆਰੇ ਨੇ ਉਹ ਕਿਸੇ ਹੋਰ ਪੀੜਾ ਦੇ ਵਿੱਚ ਪੁਕਾਰਦੇ ਨੇ, ਕਰਲਾਉਂਦੇ ਹਨ। ਉਹ ਉਹਨਾਂ ਦੀ ਪੀੜ ਕਿਹੜੀ ਹੈ? ਲਾਗੀ ਚੋਟ ਮਰਮ ਕੀ ਰਹਿਓ ਕਬੀਰਾ ਠੌਰ। ਉਹਨਾਂ ਦੇ ਹਿਰਦੇ ਤੇ ਉਹ ਸੱਟ ਵੱਜਦੀ ਹੈ ਕਿ ਮੈਂ ਰੱਬ ਤੋਂ ਵਿਛੜਿਆ ਪਿਆ ਹਾਂ, ਪਰਮਾਤਮਾ ਤੋਂ ਮੇਰੀ ਰੂਹ ਵਿਛੜੀ ਪਈ ਹੈ।
ਜਾਂ ਉਹਨਾਂ ਨੂੰ ਗੁਰੂ ਦੇ ਸ਼ਬਦ ਦਾ ਤੀਰ ਜਦੋਂ ਵੱਜਦਾ, ਸ਼ਬਦ ਦੀ ਚੋਟ ਜਦੋਂ ਹਿਰਦੇ ਤੇ ਵੱਜਦੀ ਹੈ ਤੇ ਸੁੱਤੀ ਹੋਈ ਸੁਰਤ ਜਦੋਂ ਜਾਗਦੀ ਹੈ, ਤੇ ਫਿਰ ਪਤਾ ਲੱਗਦਾ ਹੈ ਕਿ ਮੇਰੇ ਜੀਵਨ ਦਾ ਮਕਸਦ ਮਨੋਰਥ ਤੇ ਹੋਰ ਸੀ, ਮੈਂ ਕਿਸੇ ਹੋਰ ਪਾਸੇ ਭਟਕ ਰਿਹਾ ਹਾਂ। ਗੁਰੂ ਰਾਮਦਾਸ ਸਾਹਿਬ ਜੀ ਦੇ ਬੜੇ ਪਿਆਰੇ ਬਚਨ ਹਨ, ਕਹਿੰਦੇ ਹਰ ਪ੍ਰੇਮ ਬਾਣੀ ਮਨ ਮਾਰਿਆ, ਅਣੀਆਂ ਲੈ ਅਣੀਆਂ ਰਾਮ ਰਾਜੇ, ਜਿਸ ਲਾਗੀ ਪੀਰ ਪਿਰਮ ਕੀ ਸੋ ਜਾਣੈ ਜਰੀਆ। ਹਰ ਪ੍ਰੇਮ ਬਾਣੀ ਮਨ ਮਾਰਿਆ, ਕਹਿੰਦੇ ਰੱਬੀ ਪ੍ਰੇਮ ਦਾ ਤੀਰ, ਨਾਮ ਬਾਣੀ ਦਾ ਤੀਰ ਜਿਸ ਹਿਰਦੇ ਤੇ ਵੱਜ ਗਿਆ, ਉਤੇ ਜਿਸ ਲਾਗੀ ਪੀਰ ਪਿਰਮ ਕੀ ਸੋ ਜਾਣੈ ਜਰੀਆ, ਉਹਦੀ ਕਿੰਨੀ ਪੀੜ ਹੈ, ਕਿੰਨਾ ਉਹਦਾ ਅੰਦਰ ਗਹਿਰਾ ਅਸਰ ਪੈਂਦਾ ਹੈ, ਉਹ ਉਹੀ ਜਾਣਦਾ ਹੈ ਜਿਹਨੂੰ ਉਹ ਤੀਰ ਲੱਗਿਆ ਹੈ, ਸ਼ਬਦ ਦਾ ਤੀਰ, ਵਿਛੋੜੇ ਦਾ ਅਹਿਸਾਸ ਜਿਹਨੂੰ ਹੋਇਆ ਹੈ। ਜਿਸ ਲਾਗੀ ਪੀਰ ਪਿਰਮ ਕੀ ਸੋ ਜਾਣੈ ਜਰੀਆ, ਜਨਮ ਜੀਵਨ ਮੁਕਤ ਸੋ ਆਖੀਐ ਮਰ ਜੀਵੈ ਮਰੀਆ। ਉਹ ਜਿਹਨੂੰ ਸ਼ਬਦ ਦਾ ਤੀਰ ਵੱਜ ਗਿਆ ਉਹ ਤੇ ਫਿਰ ਜੀਵਨ ਮੁਕਤ ਵੀ ਹੋ ਜਾਂਦਾ, ਕਿਉਂਕਿ ਉਹਨੇ ਉਹ ਪੀੜਾ ਨੂੰ ਬਰਦਾਸ਼ਤ ਕਰ ਲਿਆ ਜਿਹੜੀ ਪੀੜ ਹਰ ਇੱਕ ਦੇ ਅੰਦਰ ਪੈਦਾ ਨਹੀਂ ਹੁੰਦੀ। ਜੀਵਨ ਮੁਕਤ ਸੋ ਆਖੀਐ ਮਰ ਜੀਵੈ ਮਰੀਆ। ਉਹ ਸੰਸਾਰ ਦੀਆਂ ਵਾਸ਼ਨਾਵਾਂ ਵਾਲੇ ਪਾਸਿਓਂ ਫਿਰ ਉਹਦੀ ਸੁਰਤ ਮਰ ਜਾਂਦੀ ਹੈ। ਔਰ ਉਹ ਜਿਹੜੀ ਗੱਲ ਬਾਣੀ 'ਚ ਇੱਕ ਜਗ੍ਹਾ ਮਹਾਰਾਜ ਕਹਿੰਦੇ ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਸ਼ਬਦ ਦੇ ਰਾਹੀਂ ਜਿਹਨੇ ਆਪਣੇ ਅੰਦਰ ਦੇ ਹਉਮੈ ਹੰਕਾਰ ਅਵਗੁਣਾ ਐਬਾਂ ਨੂੰ ਮਾਰ ਲਿਆ, ਉਦੋਂ ਬਾਅਦ ਜਿਹੜਾ ਉਹਨੂੰ ਇੱਕ ਨਵਾਂ ਨਰੋਵਾ ਗੁਰਮੁਖ ਵਾਲਾ, ਭਗਤ ਵਾਲਾ, ਸੰਤ ਵਾਲਾ, ਬ੍ਰਹਮ ਗਿਆਨੀ ਵਾਲਾ ਜੀਵਨ ਮਿਲਦਾ ਹੈ ਨਾ, ਉਹ ਜੀਵਨ ਫਿਰ ਕਦੇ ਖਤਮ ਨਹੀਂ ਹੁੰਦਾ। ਉਹ ਜੀਵਨ ਸਦ ਜੀਵੀ ਹੈ, ਸਦ ਜੀਵੀ। ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਜੀਵਨ ਮੁਕਤ ਸੋ ਆਖੀਐ ਮਰ ਜੀਵੈ ਮਰੀਆ, ਜਨ ਨਾਨਕ ਸਤਿਗੁਰ ਮੇਲ ਹਰ ਜਗ ਦੁੱਤਰ ਤਰੀਆ। ਜਿਹੜਾ ਗੁਰੂ ਨੂੰ ਮਿਲ ਪਿਆ ਔਰ ਗੁਰੂ ਤੋਂ ਸ਼ਬਦ ਦੀ ਚੋਟ ਜਿਹਨੇ ਆਪਣੇ ਹਿਰਦੇ ਤੇ ਖਾਧੀ ਤੇ ਬਰਦਾਸ਼ਤ ਕਰ ਲਈ, ਉਹਦੀ ਤੇ ਜੀਵਨ ਦੀ ਖੇਡ ਸਫਲ ਹੈ। ਕਬੀਰ ਸਾਹਿਬ ਕਹਿੰਦੇ ਲਾਗੀ ਚੋਟ ਮਰਮ ਕੀ, ਰਹਿਓ ਕਬੀਰਾ ਠੌਰ। ਹੁਣ ਉਹ ਅੰਦਰ ਗੁਰੂ ਦੇ ਸ਼ਬਦ ਦੀ ਸਹਿਜ ਇੱਕ ਗਹਿਰੀ ਚੋਟ ਵੱਜੀ ਹੈ, ਜਿਹਨੇ ਸਾਡਾ ਅੰਦਰ ਵਿੰਨ ਕੇ ਰੱਖ ਦਿੱਤਾ ਹੈ, ਤੇ ਹੁਣ ਸਾਡਾ ਮਨ ਪਰਮਾਤਮਾ ਦੇ ਚਰਨਾਂ 'ਚ, ਗੁਰੂ ਦੇ ਚਰਨਾਂ 'ਚ ਟਿਕ ਗਿਆ। ਹੁਣ ਇੱਧਰ ਉੱਧਰ ਨਹੀਂ ਭਟਕਦਾ, ਕਿਉਂਕਿ ਪਤਾ ਲੱਗ ਗਿਆ ਕਿ ਇਸ ਪੀੜ ਦਾ ਇਲਾਜ ਕੇਵਲ ਇੱਥੇ ਹੀ ਹੈ। ਕਬੀਰ ਚੋਟ ਸੁਹੇਲੀ ਸੇਲ ਕੀ, ਲਾਗਤ ਲੈ ਉਸਾਸ। ਹੁਣ ਬਾਹਰੀ ਤੌਰ ਤੇ ਕਿਸੇ ਨੂੰ ਨੇਜਾ ਕੋਈ ਮਾਰ ਦਵੇ, ਵਰਸ਼ਾ ਮਾਰ ਦਵੇ, ਤੇ ਉਹਦੀ ਪੀੜ ਤੇ ਬਹੁਤ ਔਖੀ ਹੈ। ਪਹਾੜੀਆਂ ਨੇ ਹਾਥੀ ਭੇਜਿਆ ਸੀ ਲੋਹਗੜ੍ਹ ਦਾ ਕਿਲਾ ਤੋੜਨ ਦੇ ਲਈ, ਦਰਵਾਜ਼ਾ ਤੋੜਨ ਦੇ ਲਈ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਬਚਿੱਤਰ ਸਿੰਘ ਨੂੰ ਹੁਕਮ ਕੀਤਾ, ਉਹ ਨਾਗਨੀ ਵਰਸ਼ੇ ਦੇ ਨਾਲ ਹਾਥੀ ਦਾ ਕਰਦੇ ਨੇ ਮੁਕਾਬਲਾ, ਤੇ ਇੰਨੀ ਜ਼ੋਰ ਦੇ ਨਾਲ ਭਾਈ ਬਚਿੱਤਰ ਸਿੰਘ ਨੇ ਉਹ ਨਾਗਨੀ ਵਰਸ਼ੇ ਦੇ ਨਾਲ ਹਾਥੀ ਦੇ ਮੱਥੇ ਤੇ ਵਾਰ ਕੀਤਾ ਹੈ। ਹਾਲਾਂਕਿ ਮੱਥਾ ਇੱਦਾਂ ਉੱਪਰ ਨਹੀਂ ਸੀ, ਉਹਦੇ ਉੱਪਰ ਬਹੁਤ ਮਜ਼ਬੂਤ ਢਾਲਾਂ ਬੰਨੀਆਂ ਹੋਈਆਂ ਸਨ, ਢਾਲ ਜਿਹਦੇ 'ਚੋਂ ਤੀਰ ਦਾ, ਗੋਲੀ ਦਾ ਔਰ ਹੋਰ ਕਿਸੇ ਤੇਜ਼ ਧਾਰ ਤਿੱਖੇ ਹਥਿਆਰ ਦਾ, ਵਰਸ਼ੇ ਦਾ ਆਰ ਪਾਰ ਹੋਣਾ ਬੜਾ ਔਖਾ ਸੀ। ਸਮੇਂ ਦੀਆਂ ਬੜੀਆਂ ਮਜ਼ਬੂਤ ਢਾਲਾਂ ਉਹ ਮੱਥੇ ਤੇ, ਬਲਕਿ ਸਾਰੇ ਹਾਥੀ ਦੇ ਸਰੀਰ ਤੇ ਬੰਨੀਆਂ ਸਨ ਕਿ ਕਿਸੇ ਪਾਸਿਓਂ ਵੀ ਹਾਥੀ ਤੇ ਕੋਈ ਵਾਰ ਨਾ ਹੋਵੇ। ਐਸਾ ਨਾ ਹੋਵੇ ਕਿ ਕਿਲੇ ਦੇ ਦਰਵਾਜ਼ੇ ਤੋਂ ਪਹੁੰਚਣ ਤੋਂ ਪਹਿਲਾਂ ਹੀ ਦੂਰੋਂ ਗੋਲੀ ਵੱਜੇ ਤੇ ਹਾਥੀ ਮਰ ਜਾਏ। ਭਾਈ ਬਚਿੱਤਰ ਸਿੰਘ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਥਾਪੜੇ ਸਦਕਾ ਹਾਥੀ ਦਾ ਮੁਕਾਬਲਾ ਕੀਤਾ, ਔਰ ਨਾਗਨੀ ਵਰਸ਼ਾ ਸੀ, ਸੱਪ ਦੀ ਤਰ੍ਹਾਂ, ਨਾਗ ਦੀ ਤਰ੍ਹਾਂ ਅੱਗੋਂ ਉਹ ਟੇਢਾ ਮੇਢਾ ਤਿੱਖੀ ਧਾਰ ਵਾਲਾ। ਇੱਕੋ ਹੀ ਵਾਰ ਵਰਸ਼ੇ ਦੇ ਨਾਲ ਕਰਦੇ ਨੇ, ਤੇ ਨਾ ਕੇਵਲ ਉਹ ਵਰਸ਼ੇ ਨੇ ਜਿਹੜੀਆਂ ਮੱਥੇ ਤੇ ਮਜ਼ਬੂਤ ਢਾਲਾਂ ਬੰਨੀਆਂ ਸਨ ਉਹਨਾਂ ਨੂੰ ਚੀਰ ਸੁੱਟਿਆ, ਬਲਕਿ ਅੰਦਰ ਮੱਥੇ ਤੱਕ ਨੂੰ ਚੀਰ ਦਿੱਤਾ। ਤੇ ਉਹ ਜਿਹੜੀ ਵਰਸ਼ੇ ਦੀ, ਨਾਗਨੀ ਵਰਸ਼ੇ ਦੀ ਚੋਟ ਸੀ ਇੰਨੀ ਭਿਆਨਕ ਸੀ, ਹਾਥੀ ਬਰਦਾਸ਼ਤ ਨਹੀਂ ਕਰ ਸਕਿਆ, ਅੱਗੇ ਨੂੰ ਜਾਣ ਦੀ ਬਜਾਏ ਪਿਛਾਂਹ ਨੂੰ ਮੂੰਹ ਮੋੜ ਲਿਆ ਉਹਨੇ ਆਪਣਾ। ਬੜਾ ਔਖਾ ਵਰਸ਼ੇ ਦੀ ਮਾਰ ਨੂੰ, ਚੋਟ ਨੂੰ ਸਹਾਰਨਾ। ਪਰ ਕਬੀਰ ਸਾਹਿਬ ਕਹਿੰਦੇ ਇੱਕ ਵਰਸ਼ਾ ਹੈ ਗੁਰੂ ਦਾ ਸ਼ਬਦ ਰੂਪੀ ਨੇਜਾ, ਉਹਦੀ ਜਿਹੜੀ ਪੀੜ ਹੈ ਨਾ, ਬੜੀ ਸੁੱਖ ਦੇਣ ਵਾਲੀ ਪੀੜ ਹੈ, ਸੁਹੇਲੀ ਪੀੜ ਹੈ, ਰੂਹ ਨੂੰ ਸਕੂਨ ਦੇਣ ਵਾਲੀ ਪੀੜ ਹੈ। ਲਾਗਤ ਲੈ ਉਸਾਸ,
ਜਿਹਨੂੰ ਉਹ ਸ਼ਬਦ ਦਾ ਨੇਜਾ ਜਿਹੜੇ ਹਿਰਦੇ ਤੇ ਵੱਜਦਾ ਹੈ ਨਾ, ਉਹ ਫਿਰ ਐਨ ਬੜੇ ਸਹਿਜ ਦੇ ਨਾਲ ਬੜੇ ਠੰਡੇ ਹੌਕੇ ਲੈਂਦਾ ਹੈ। ਧੰਨ ਗੁਰੂ ਨਾਨਕ ਮਹਾਰਾਜ ਤੋਂ ਲੰਬੇ ਜਦੋਂ ਪਹੁੰਚੇ, ਪਹਿਲਾਂ ਤੇ ਸੱਜਣ ਵਿਉਂਤਾਂ ਬਣਾ ਰਿਹਾ ਸੀ ਕਿ ਗੁਰੂ ਨਾਨਕ ਤੇ ਭਾਈ ਮਰਦਾਨੇ ਨੂੰ ਮਾਰਨਾ ਕਿੱਦਾਂ ਤੇ ਇਹਨਾਂ ਦਾ ਮਾਲ ਕਿੱਦਾਂ ਲੁੱਟਣਾ ਹੈ। ਪਰ ਜਦੋਂ ਮਹਾਰਾਜ ਨੇ ਕੋਲ ਸੱਦਿਆ, ਕਿਹਾ ਕੁਝ ਨਾ ਕਿ ਤੂੰ ਠੱਗ ਹੈ, ਤੂੰ ਚੋਰ ਹੈ, ਇਹ ਨਹੀਂ ਕਿ ਪਹਿਲਾਂ ਹੀ ਉਹਨੂੰ ਮਾੜਾ ਕਹਿਣਾ ਸ਼ੁਰੂ ਕਰ ਦਿੱਤਾ। ਕੋਲ ਬਿਠਾਇਆ ਔਰ ਸਤਿਗੁਰ ਸੂਰਮੇ ਨੇ ਸ਼ਬਦ ਦਾ ਬਾਣ ਚਲਾਇਆ, ਤੀਰ ਚਲਾਇਆ ਔਰ ਸ਼ਬਦ ਪੜਿਆ, ਉਜਲ ਕਹਿਆ ਚਿਲਕਣਾ ਘੋਟਮ ਕਾਲੜੀ ਮਸ, ਧੋਤਿਆਂ ਜੂਠ ਨਾ ਉਤਰੈ ਜੇ ਸੋ ਧੋਵਣ ਤਿਸ, ਸੱਜਣ ਸਹੀ ਨਾਲ ਮੈਂ ਪੁੱਛਿਆ ਤੇਰਾ ਨਾਂ ਕੀ? ਕਹਿਣ ਲੱਗਾ ਸੱਜਣ। ਮਹਾਰਾਜ ਕਹਿੰਦੇ ਸੱਜਣ ਤੇ ਉਹ ਹੁੰਦੇ ਨੇ ਜਿਹੜੇ ਨਾਲ ਚੱਲਦੇ ਨੇ ਹਮੇਸ਼ਾ ਦੁੱਖ ਸੁੱਖ ਸਮੇਂ। ਸੱਜਣ ਕੌਣ ਹੈ? ਮਿੱਤਰ ਕੌਣ ਹੈ? ਜਿਹੜਾ ਸੁੱਖ ਵੇਲੇ ਵੀ ਨਾਲ ਹੈ, ਜਿਹੜਾ ਦੁੱਖ ਵੇਲੇ ਵੀ ਨਾਲ ਹੈ। ਤੇ ਜਿਹੜਾ ਦੁੱਖ ਦਾ ਸਾਨੂੰ ਦਿੰਦਾ ਹੋਵੇ ਉਹਨੂੰ ਅਸੀਂ ਆਪਣਾ ਸੱਜਣ ਥੋੜ੍ਹਾ ਕਹਿੰਦੇ ਹਾਂ, ਉਹਨੂੰ ਤੇ ਦੁਸ਼ਮਣ ਕਹਿੰਦੇ ਹਾਂ। ਜਿਹੜਾ ਮਾਰਨਾ ਚਾਹੁੰਦਾ ਹੈ, ਕੋਈ ਦੁੱਖ ਦਿੰਦਾ, ਕੋਈ ਰੁਕਾਵਟਾਂ ਪਾਉਂਦਾ ਹੈ। ਕਹਿਣ ਲੱਗਾ ਜੀ ਮੇਰਾ ਨਾਮ ਸੱਜਣ ਹੈ। ਮਹਾਰਾਜ ਕਹਿਣ ਲੱਗੇ ਨਹੀਂ, ਤੂੰ ਸੱਜਣ ਨਹੀਂ ਹੈ, ਸੱਜਣ ਨਹੀਂ ਹੈ। ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਦਿਸਨ। ਸੱਜਣ ਤੇ ਉਹ ਜਿਹੜੇ ਲੇਖਾ ਦੇਣ ਵਾਲੀ ਥਾਂ ਤੇ ਵੀ ਕਹਿੰਦੇ ਨੇ ਕਿ ਨਹੀਂ, ਆਪਣੇ ਸੱਜਣ ਦੀ ਥਾਂ ਤੇ ਮੈਂ ਸੂਲੀ ਤੇ ਚੜਨ ਦੇ ਲਈ ਤਿਆਰ ਹਾਂ, ਪਰ ਮੇਰੇ ਸੱਜਣ ਤੇ ਕੋਈ ਕਿਸੇ ਤਰ੍ਹਾਂ ਦੀ ਚੋਟ ਨਹੀਂ ਆਉਣੀ ਚਾਹੀਦੀ ਹੈ। ਤੂੰ ਕਾਹਦਾ ਸੱਜਣ ਹੈ ਜਿਹੜਾ ਸੱਜਣਾ ਨੂੰ ਮਾਰਨ ਵਾਲਾ ਹੈ? ਉਹ ਹੁਣ ਸ਼ਬਦ ਦਾ ਜਦੋਂ ਗੁਰੂ ਨਾਨਕ ਮਹਾਰਾਜ ਨੇ ਮਾਰਿਆ ਤੀਰ, ਸਾਰਾ ਸ਼ਬਦ ਪੜ੍ਹਿਆ। ਜਿਹੜੇ ਸੱਜਣ ਦੀ ਬਿਰਤੀ ਪਹਿਲਾਂ ਬੜੀ ਭਟਕੀ ਪਈ ਸੀ, ਜਦੋਂ ਇਹ ਸ਼ਬਦ ਦਾ ਤੀਰ ਵੱਜਿਆ ਨਾ, ਫਿਰ ਸੱਜਣ ਨੇ ਲਿਆ ਠੰਡਾ ਹੋਕਾ, ਫਿਰ ਆਈ ਹੋਸ਼ ਟਿਕਾਣੇ, ਸੁਰਤ ਟਿਕਾਣੇ। ਜਿਹੜਾ ਮਨ ਅੱਜ ਤੱਕ ਕਦੇ ਇੰਨਾ ਗੰਭੀਰ ਨਹੀਂ ਸੀ ਹੋਇਆ, ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦ ਨੇ ਸੱਜਣ ਨੂੰ ਐਨ, ਜਿਹੜਾ ਮਨ ਅੰਦਰ ਪਾਪ ਦਾ, ਜ਼ੁਲਮ ਦਾ ਇੱਕ ਬੜਾ ਤੇਜ਼ ਤੂਫਾਨ ਚੱਲਦਾ ਪਿਆ ਸੀ, ਵੇਗ ਚੱਲਦਾ ਪਿਆ ਸੀ ਕਿ ਜਿਹੜਾ ਸਾਹਮਣੇ ਆਵੇ ਬਸ ਮਾਰੀ ਜਾਓ, ਮਾਰੀ ਜਾਓ, ਮਾਰੀ ਜਾਓ, ਮਾਰੀ ਜਾਓ। ਅੱਜ ਗੁਰੂ ਨਾਨਕ ਮਹਾਰਾਜ ਜਦੋਂ ਉਸ ਵੇਗ ਦੇ ਸਾਹਮਣੇ ਖਲੋਤੇ ਨੇ, ਉਹ ਠੰਡਾ ਪੈ ਗਿਆ, ਉਹ ਸਹਿਜ ਅਵਸਥਾ 'ਚ ਆ ਗਿਆ। ਸੱਜਣ ਨੇ ਐਨ ਠੰਡਾ ਹੋਕਾ ਲਿਆ, ਗੁਰੂ ਨਾਨਕ ਮਹਾਰਾਜ ਜੀ ਦੇ ਸਾਹਮਣੇ ਝੁਕ ਗਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਹੁਣ ਸੱਚਾ ਸੱਜਣ ਬਣ। ਹੁਣ ਕਿਸੇ ਨੂੰ ਮਾਰਨਾ ਨਹੀਂ ਹੈ। ਸੱਜਣਾ ਦਾ ਕੰਮ ਮਾਰਨਾ ਨਹੀਂ ਹੁੰਦਾ, ਸੱਜਣਾ ਦਾ ਕੰਮ ਤਾਰਨਾ ਹੁੰਦਾ ਹੈ। ਅੱਜ ਤੋਂ ਬਾਅਦ ਮਾਰਨਾ ਨਹੀਂ ਹੈ, ਅੱਜ ਤੋਂ ਬਾਅਦ ਤਾਰਨਾ ਹੈ। ਕਬੀਰ ਸਾਹਿਬ ਕਹਿੰਦੇ ਜਦੋਂ ਗੁਰੂ ਆਪਣੇ ਸ਼ਬਦ ਦਾ ਨੇਜਾ ਕਿਸੇ ਤੇ ਮਾਰਦੇ ਹਨ ਤੇ ਲਾਗਤ ਲੈ ਉਸਾਸ, ਜਿਹਦੇ ਹਿਰਦੇ ਤੇ ਸ਼ਬਦ ਦਾ ਨੇਜਾ ਵੱਜ ਗਿਆ ਨਾ, ਉਹ ਬੰਦਾ ਫਿਰ ਬੜੇ ਸਹਿਜ ਅਵਸਥਾ 'ਚ ਆ ਕੇ ਠੰਡਾ ਹੌਕਾ ਲੈਂਦਾ ਹੈ, ਟਿਕ ਜਾਂਦਾ ਹੈ ਬਿਰਤੀ। ਉਹ ਵਿਕਾਰਾਂ ਦਾ ਵੇਗ ਉਹਦੇ ਜੀਵਨ ਦਾ ਥੰਮਿਆ ਜਾਂਦਾ ਹੈ। ਤੇ ਅੱਗੇ ਕਹਿੰਦੇ ਚੋਟ ਸਹਾਰੈ ਸ਼ਬਦ ਕੀ ਤਾਸ, ਗੁਰੂ ਮੈਂ ਦਾਸ। ਜਿਹਨੇ ਸ਼ਬਦ ਦੀ ਚੋਟ ਨੂੰ ਸਹਾਰ ਲਿਆ, ਪਿੰਡੇ ਤੇ ਬਰਦਾਸ਼ਤ ਕਰ ਲਿਆ, ਆਪਣੇ ਆਪ 'ਚ ਜਿਹਨੇ ਉਹ ਸ਼ਬਦ ਉਪਦੇਸ਼ ਨੂੰ ਕਮਾ ਲਿਆ, ਸ਼ਬਦ ਨੂੰ ਜਿਹਨੇ ਜੀਵਨ 'ਚ ਹੰਢਾ ਲਿਆ, ਤਾਸ ਗੁਰੂ ਮੈਂ ਦਾਸ। ਕਬੀਰ ਜੀ ਕਹਿੰਦੇ ਫਿਰ ਤੇ ਉਹ ਸਮਝੋ ਉਹ ਗੁਰੂ ਹੈ ਤੇ ਮੈਂ ਉਹਦਾ ਚੇਲਾ ਹਾਂ, ਜਿਹਨੇ ਸ਼ਬਦ ਰੂਪੀ ਉਪਦੇਸ਼ ਗਿਆਨ ਨੂੰ ਆਪਣੇ ਜੀਵਨ ਅੰਦਰ ਧਾਰਨ ਕਰ ਲਿਆ, ਉਪਦੇਸ਼ ਨੂੰ ਆਪਣੇ ਹਿਰਦੇ 'ਚ ਵਸਾ ਲਿਆ। ਸੋ ਗੁਰੂ ਆਪਣੇ ਸ਼ਬਦਾਂ ਦੇ ਤੀਰ ਤੇ ਰੋਜ਼ ਸਾਡੇ ਤੇ ਚਲਾਉਂਦੇ ਨੇ। ਅਸੀਂ ਵੀ ਉਹ ਗੁਰੂ ਗਿਆਨ ਨੂੰ, ਗੁਰੂ ਉਪਦੇਸ਼ ਨੂੰ ਸਮਝੀਏ, ਹਿਰਦੇ 'ਚ ਵਸਾਈਏ, ਟਿਕਾਈਏ, ਕਿਉਂਕਿ ਇਹ ਸਾਰੇ ਸਮੁੱਚੇ ਬਾਣੀ ਦੇ ਜਿਹੜੇ ਉਪਦੇਸ਼ ਨੇ ਸਾਡੇ ਲਈ ਹੈ, ਸਾਡੇ ਸਭ ਦੇ ਲਈ ਹੈ। ਤੇ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਜਿੰਨਾ ਵੀ ਹੋ ਸਕਦਾ ਹੈ ਗੁਰੂ ਕੇ ਸ਼ਬਦ ਨੂੰ ਪਿਆਰ ਦੇ ਨਾਲ ਪੜ੍ਹਨਾ, ਵਿਚਾਰਨਾ ਤੇ ਕਮਾਉਣਾ ਹੈ। ਗੁਰੂ ਦੀਆਂ ਖੁਸ਼ੀਆਂ ਮਿਲਣਗੀਆਂ, ਜੀਵਨ ਸਫਲ ਹੋਵੇਗਾ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਪਿਛਲੇ ਆਪਾਂ ਲਗਾਤਾਰ ਸ਼ਲੋਕਾਂ 'ਚ ਵਿਚਾਰਿਆ ਹੈ ਕਿ ਬਹੁਤੇ ਸ਼ਲੋਕਾਂ 'ਚ ਕਬੀਰ ਸਾਹਿਬ ਹਿੰਦੂ ਪੰਡਤਾਂ ਨੂੰ, ਬ੍ਰਾਹਮਣਾਂ ਨੂੰ ਉਪਦੇਸ਼ ਦਿੰਦਿਆਂ ਹੋਇਆ ਤੇ ਸਮਝਾ ਰਹੇ ਨੇ। ਪਰ ਅਗਲੇ ਜਿਹੜੇ 5 ਸ਼ਲੋਕ ਹਨ ਉਹ ਬਾਬਾ ਫਰੀਦ ਜੀ ਨੇ ਉਹਨਾਂ 'ਚ ਕਾਜ਼ੀਆਂ ਨੂੰ, ਹਾਜੀਆਂ ਨੂੰ, ਮੁੱਲਾਂ ਮੁਲਾਣਿਆਂ ਨੂੰ ਉਪਦੇਸ਼ ਬਖਸ਼ਦਿਆਂ ਹੋਇਆ ਤੇ ਕੁਝ ਵਿਚਾਰਾਂ ਕਹੀਆਂ ਹਨ।
ਜੋ ਉਚੇਚੇ ਤੌਰ 'ਤੇ ਇਸਲਾਮ ਮਤ ਦੇ ਨਾਲ ਸੰਬੰਧਿਤ ਵੀ ਹਨ ਕੁਝ ਉਪਦੇਸ਼। ਸੋ ਜੋ ਮੁੱਲਾਂ ਮੁਲਾਣਿਆਂ ਨੂੰ, ਕਿਉਂਕਿ ਜਿੱਥੇ ਪੰਡਤ ਵਹਿਮਾਂ ਭਰਮਾਂ 'ਚ ਪਏ ਸਨ ਉੱਥੇ ਉਹਨਾਂ ਦੇ ਜੀਵਨ 'ਚ ਵੀ ਬੜੇ ਤਰ੍ਹਾਂ ਦੇ ਪਖੰਡ, ਤੇ ਜੋ ਉੱਥੇ ਉਹਨਾਂ ਨੂੰ ਕਬੀਰ ਜੀ ਨੇ ਆਪਣੇ ਸ਼ਬਦਾਂ ਰਾਹੀਂ ਸਮਝਾਇਆ। ਅਗਲੀਆਂ ਵਿਚਾਰਾਂ 'ਚ ਉਹ ਆਪਾਂ ਸਲੋਕਾਂ ਨੂੰ ਵਿਚਾਰਾਂਗੇ ਜੀ। ਹੋਈਆਂ ਪੁੱਲਾਂ ਨਾ ਚਤਾਰਨੀਆਂ ਫਤਿਹ ਪ੍ਰਵਾਨੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।